ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਮਰਦਾਨਾ ਕਹੇ ਜੇ ਤੁਧ ਪਾਵੈ ਤੋ ਓਨਾ ਕੀ ਮੋਖ ਕਰਾਵੇ। ਤੈਂ ਛਿਨ ਬੋਤੇ ਨਰਨ ਮਜਾਰਾ ਸ਼੍ਰੀ ਗੁਰ ਉਚਰਿਓ ਸ਼ਬਦ ਮਲਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग सत्कारयोग गुरु की साजी और नवाजी हुई गुरु का खास रूप गुरु खालसा साध संगत ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਹੋ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ।
ਐਸੇ ਦੀਨ ਦੁਨੀਆ ਦੇ ਮਾਲਕ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਨੌਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਮਨਾ ਰਹੇ ਹੋ। ਅੱਜ ਦੇ ਦਿਨ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਵਨ ਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਵਰਗੇ ਗੁਰਮੁਖਾਂ ਦੀ ਹਾਜ਼ਰੀ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਗੱਦੀ ਦਿੱਤੀ ਔਰ ਆਖਿਆ ਕਿ ਹਾਲੇ ਸੰਗਤ ਵਿੱਚ ਇਹ ਬਚਨ ਕੁਝ ਸਮਾਂ ਠਹਿਰ ਕੇ ਪ੍ਰਗਟ ਕਰਨਾ ਹੈ, ਕਿਉਂਕਿ ਪਾਤਸ਼ਾਹ ਨੇ ਹਾਲੇ ਆਪਣੇ ਸ਼ਹੀਦੀ ਦੀ ਖੇਡ ਵਰਤਾਉਣੀ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਬੈਠੇ ਮਸੰਦ ਸੇਲੀ ਟੋਪੀ ਲੈ ਕੇ ਆਏ, ਸਤਿਗੁਰੂ ਜੀ ਨੇ ਸੇਲੀ ਟੋਪੀ ਨੂੰ ਨਮਸਕਾਰ ਕਰਕੇ ਆਖਿਆ ਕਿ ਹੁਣ ਖਜ਼ਾਨੇ 'ਚ ਰੱਖ ਦਿਓ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ 2 ਸ਼ਮਸ਼ੀਰਾਂ 2 ਤਲਵਾਰਾਂ ਲੈ ਕੇ ਆਏ। ਉਹ 2 ਸ਼ਸਤਰ 2 ਤਲਵਾਰਾਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਸਤਿਗੁਰੂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਗਾਤਰੇ ਸਜਾਈਆਂ ਔਰ ਪੀਰੀ ਦੇ ਨਾਲ ਗੁਰੂ ਪੰਥ ਨੂੰ ਮੀਰੀ ਦਾ ਸੰਕਲਪ ਦਿੱਤਾ ਕਿ ਧਰਮ ਚਲਾਉਣ ਵਾਸਤੇ ਰਾਜ ਚਾਹੀਦਾ ਹੈ। ਗਰੀਬ ਨਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਆਪ ਸ਼ਸਤਰ ਧਾਰਨ ਕੀਤੇ, ਆਪਣੇ ਸਮੂਹ ਸਿੱਖਾਂ ਨੂੰ ਹੁਕਮ ਕੀਤਾ ਸ਼ਸਤਰ ਧਾਰੀ ਹੋਵੋ, ਚੰਗੇ ਚੰਗੇ ਹਥਿਆਰ, ਚੰਗੇ ਚੰਗੇ ਸ਼ਸਤਰ ਆਪਣੇ ਗਾਤਰੇ ਸਜਾਓ, ਸਾਡੇ ਕੋਲ ਲਿਆ ਕੇ ਭੇਟ ਕਰੋ, ਵਧੀਆ ਘੋੜੇ ਹਾਜ਼ਰ ਕਰੋ। ਜੰਗੀ ਕਰਤੱਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਿਖਾਉਣੇ ਪ੍ਰਾਰੰਭ ਕੀਤੇ। ਗੁਰੂ ਪੰਥ ਦੇ ਵਿੱਚ ਸ਼ਸਤਰਧਾਰੀ ਬਿਰਤੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸ਼ਸਤਰਾਂ ਦੀ ਵਿਦਿਆ ਜਿਹੜੀ ਹੁਣ ਤੱਕ ਸਿੰਘਾਂ ਦੇ ਪਾਸ ਹੈ, ਸ਼ਸਤਰ ਵਿਦਿਆ, ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ 6ਵੇਂ ਪਾਤਸ਼ਾਹ ਜੀ ਨੂੰ ਇਹ ਵਿਦਿਆ ਸਿਖਾਈ ਸੀ। ਉਹ ਵਿਦਿਆ ਗੁਰੂ ਪੰਥ ਵਿੱਚ 6ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਵਿਦਿਆ, ਜਿੰਨੀ ਸ਼ਸਤਰ ਵਿਦਿਆ ਹੈ, ਗੱਤਕੇ ਦੀ ਵਿਦਿਆ ਹੈ, ਵਾਰ ਨੇ, ਇਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਬਖਸ਼ੇ ਹੋਏ, ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਨੇ। ਗੁਰਗੱਦੀ ਦੇ ਰੱਥ ਤੇ ਸਵਾਰ ਹੋ ਕੇ 4 ਜੰਗਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਲੜੀਆਂ, 4ਾਂ ਵਿੱਚ ਜਿੱਤ ਪ੍ਰਾਪਤ ਕੀਤੀ। ਗਵਾਲੀਅਰ ਦੀ ਧਰਤੀ ਤੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸਤਿਗੁਰੂ ਬੰਦੀ ਛੋੜ ਸਦਾਏ। ਨਾਨਕ ਮਤੇ ਬੈਠੇ ਬਾਬੇ ਅਲਮਸ ਤੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਦੇ ਅਸਥਾਨ ਨਾਨਕ ਮਤਾ ਸਾਹਿਬ ਦੀ ਮਰਿਆਦਾ ਬਹਾਲ ਕੀਤੀ। ਕਸ਼ਮੀਰ 'ਚ ਬੈਠੀ ਮਾਈ ਭਾਗ ਭਰੀ ਦੀ ਪੁਕਾਰ ਸੁਣ ਕੇ ਉਹਨੂੰ ਜਾ ਕੇ ਦਰਸ਼ਨ ਦਿਦਾਰੇ ਦੇ ਕੇ ਕਰਤਾਰਥ ਕਰਦੇ ਨੇ। ਔਰ ਕਦੇ ਮਾਲਵੇ ਦੇ ਇਲਾਕੇ 'ਚ ਵਿਚਰਦਿਆਂ ਭਾਈ ਰੂਪ ਚੰਦ ਦੇ ਉੱਤੇ ਬਖਸ਼ਿਸ਼ਾਂ ਕਰਕੇ ਬਖਸ਼ਿਸ਼ ਕਰਦੇ ਹਨ। ਭਾਈ ਸਾਈਂ ਦਾਸ ਜੀ ਵਰਗੇ ਆਪਣੇ ਪਿਆਰਿਆਂ ਨੂੰ ਨਿਹਾਲ ਤੇ ਕਰਤਾਰਥ ਕਰਦੇ ਨੇ। ਐਸੀਆਂ ਬੇਅੰਤ ਖੇਡਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਹਨ। ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੀਆਂ, ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿ ਸ੍ਰੀ ਅਕਾਲ। ਸਤਿਗੁਰੂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਿਸ਼ ਕਰਨ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਵਿਖਾਵੇ ਕਰਨ ਵਾਲੇ ਪੰਡਤ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ ਕਿ ਪੰਡਤ ਜੀ, ਇਹ ਵਿਖਾਵੇ ਦੀ ਬਿਰਤੀ ਛੱਡੋ। ਪਖੰਡ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਖੰਡ ਕੀਤਿਆਂ ਧਰਮ ਪ੍ਰਗਟ ਨਹੀਂ ਹੁੰਦਾ। ਸਤਿਗੁਰਾਂ ਦੇ ਚਰਨਾਂ 'ਚ ਪੰਡਤ ਨੇ ਨਮਸਕਾਰ ਕਰਕੇ ਆਪਣੀ ਭੁੱਲ ਦੀ ਖਿਮਾ ਯਾਚਨਾ ਕੀਤੀ। ਗੁਰੂ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ।
ਬਾਦਸ਼ਾਹ ਅੱਗੇ ਵਧੇ ਨੇ। ਇੱਕ ਨਗਰ ਵਿੱਚ ਆਏ ਨੇ ਜਿੱਥੇ ਮਨਮੁਖ ਸਾਖਤ ਲੋਕ ਰਹਿੰਦੇ ਹਨ। ਨਗਰ 'ਚ ਜਿੱਥੇ ਆ ਕੇ ਸਤਿਗੁਰੂ ਬੈਠਦੇ, ਪਿੰਡ ਵਾਲੇ ਮਖੌਲ ਕਰਕੇ ਮਹਾਰਾਜ ਜੀ ਨੂੰ ਉਠਾ ਦਿੰਦੇ, ਜੀ ਚਲੋ ਇੱਥੋਂ। ਦੂਜੇ ਥਾਂ ਤੇ ਬਹਿੰਦੇ, ਦੂਜੇ ਥਾਂ ਤੋਂ ਵੀ ਉਠਾ ਦਿੰਦੇ। ਕਿਸੇ ਨੇ ਵੀ ਪਿੰਡ 'ਚ ਮਹਾਰਾਜ ਜੀ ਨੂੰ ਬੈਠਣ ਨਹੀਂ ਦਿੱਤਾ। ਸਤਿਗੁਰੂ ਜੀ ਜਾਣ ਵੇਲੇ ਕਹਿੰਦੇ ਵਸਦੇ ਰਹੋ। ਅਗਲੇ ਪਿੰਡ 'ਚ ਆਏ, ਉਹਨਾਂ ਨੇ ਬੜੀ ਸੇਵਾ ਟਹਿਲ ਕੀਤੀ। ਰਾਤ ਨੂੰ ਮਹਾਰਾਜ ਜੀ ਦਾ ਵਿਸ਼ਰਾਮ ਕਰਵਾਇਆ, ਲੰਗਰ ਪ੍ਰਸ਼ਾਦਾ ਛਕਾਇਆ। ਅਗਲੇ ਦਿਨ ਉੱਥੋਂ ਜਾਣ ਲੱਗੇ ਤੇ ਮਹਾਰਾਜ ਜੀ ਕਹਿੰਦੇ ਉੱਜੜ ਜਾਓ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਕੀ ਖੇਡ ਹੈ? ਜਿਨ੍ਹਾਂ ਨੇ ਪਿੰਡ 'ਚ ਬੈਠਣ ਨਹੀਂ ਦਿੱਤਾ, ਮਖੌਲ ਉਡਾਇਆ, ਉਹਨਾਂ ਨੂੰ ਕਹਿੰਦੇ ਹੋ ਵਸਦੇ ਰਹੋ, ਤੇ ਜਿਨ੍ਹਾਂ ਸੇਵਾ ਕੀਤੀ ਉਹਨਾਂ ਨੂੰ ਸਰਾਪ ਦਿੰਦੇ ਵੀ ਉੱਜੜ ਜਾਓ। ਮਹਾਰਾਜ ਜੀ ਕਹਿੰਦੇ ਜਿਹੜੇ ਉਹ ਪਹਿਲੇ ਪਿੰਡ ਵਾਲੇ ਸਨ, ਉਹਨਾਂ ਨੂੰ ਜੇ ਕਹਿੰਦੇ ਉੱਜੜ ਜਾਓ, ਆਪਣੇ ਵਰਗੇ ਹੋਰਾਂ ਨੂੰ ਜਾ ਕੇ ਪਿੰਡਾਂ ਵਿੱਚ ਬਣਾਉਂਦੇ, ਹੋਰ ਪਿੰਡਾਂ 'ਚ ਵਸ ਕੇ। ਤੇ ਜਿਨ੍ਹਾਂ ਨੂੰ ਅਸੀਂ ਉੱਜੜ ਜਾਣ ਦਾ ਬਚਨ ਕੀਤਾ, ਹੋਰ ਪਿੰਡਾਂ 'ਚ ਜਾ ਕੇ ਵਸਣਗੇ, ਆਪਣੀ ਵਰਗੀ ਬਿਰਤੀ, ਸੰਤ ਸੇਵੀ ਬਿਰਤੀ ਹੋਰਨਾਂ ਵਿੱਚ ਵੀ ਪੈਦਾ ਕਰਨਗੇ। ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜਿਹੜੇ ਉਹ ਮਨਮੁਖਾਂ ਤੇ ਸਾਖਤਾਂ ਦਾ ਪਿੰਡ ਸੀ, ਜੇ ਤੁਹਾਨੂੰ ਪਾਵੇ ਤੇ ਤੁਸੀਂ ਉਹਨਾਂ ਦੀ ਵੀ ਕਲਿਆਣ ਕਰ ਸਕਦੇ ਹੋ, ਤੁਸੀਂ ਐਸੇ ਸਮਰੱਥ ਹੋ। ਗਰੀਬ ਨਵਾਜ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਇਹੋ ਜਿਹੇ ਲੋਕਾਂ ਦੀ ਜੋ ਦਸ਼ਾ ਹੁੰਦੀ ਹੈ, ਉਹ ਆਪਣੇ ਸ਼ਬਦ ਦੁਆਰਾ ਬਿਆਨ ਕਰਕੇ ਉਚਾਰਨ ਕਰ ਰਹੇ ਨੇ। ਸਰਵਣ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਈਏ। ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਰਦਾਨਾ ਕਹੇ ਜੇ ਤੁਧ ਭਾਵੈ। ਭਾਈ ਮਰਦਾਨਾ ਜੀ ਕਹਿੰਦੇ, ਹੈ ਸਤਿਗੁਰੂ ਸੱਚੇ ਪਾਤਸ਼ਾਹ, ਜੇ ਤੁਹਾਨੂੰ ਭਾਵੇ ਤੋ ਉਹਨਾਂ ਕੀ ਮੁਖ ਕਰਾਵੇ। ਜੇ ਤੁਹਾਨੂੰ ਭਾਵੇ ਤੇ ਸਤਿਗੁਰੂ ਜੀ ਤੁਸੀਂ ਉਹਨਾਂ ਦੀ ਵੀ ਮੁਕਤੀ ਕਰਾ ਸਕਦੇ ਹੋ। ਜਿਨ੍ਹਾਂ ਨੂੰ ਤੁਸੀਂ ਕਿਹਾ ਵੀ ਵਸਦੇ ਰਹੋ, ਵੀ ਉਹ ਸਾਖਤ ਲੋਕ ਨੇ, ਕਿਤੇ ਹੋਰ ਨਾ ਜਾਣ। ਮਹਾਰਾਜ ਜੀ ਜੇ ਤੁਹਾਨੂੰ ਭਾਵੇ ਤੇ ਤੁਸੀਂ ਉਹਨਾਂ ਨੂੰ ਵੀ ਬਖਸ਼ ਸਕਦੇ ਹੋ, ਉਹਨਾਂ ਦੀ ਵੀ ਮੁਕਤੀ ਕਰਾ ਸਕਦੇ ਹੋ। ਤੈ ਚਿਨ ਬੋਤੇ ਨਰਨ ਮਝਾਰਾ। ਜਦੋਂ ਸਤਿਗੁਰੂ ਜੀ ਨੂੰ ਭਾਈ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਜੀ ਦੇ ਪਾਸ ਬਹੁਤ ਸਾਰੀ ਸੰਗਤ ਬੈਠੀ ਹੋਈ ਸੀ। ਜਿਹੜੇ ਨਗਰ ਵਾਲਿਆਂ ਨੇ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ ਸੀ, ਉਹ ਵੀ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਸਨ। ਸ਼੍ਰੀ ਗੁਰ ਉਚਰਿਓ ਸ਼ਬਦ ਮਲਾਰਾ। ਪਾਤਸ਼ਾਹ ਨੇ ਬਚਨ ਉਚਾਰਨ ਕੀਤਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਭਾਈ ਸਾਹਿਬ ਜੀ ਨੇ ਉਸੇ ਵਕਤ ਰਬਾਬ ਨੂੰ ਰਾਗ ਮਲਾਰ ਦੇ ਵਿੱਚ ਛੇੜਿਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਪਾਵਨ ਪਵਿੱਤਰ ਸ਼ਬਦ ਜੋ ਸਤਿਗੁਰਾਂ ਦੇ ਪਵਿੱਤਰ ਹਿਰਦੇ 'ਚ ਨਿਰੰਕਾਰ ਦੇ ਘਰੋਂ ਉਤਰਿਆ, ਮਨਮੁਖਾਂ ਦੀ ਕੈਸੀ ਦਸ਼ਾ ਹੈ, ਉਸ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ 'ਚ ਮਹਾਰਾਜ ਜੀ ਨੇ ਬਿਆਨ ਕੀਤੀ ਹੈ। ਉਹ ਪਾਵਨ ਸ਼ਬਦ ਗੁਰਦੇਵ ਨੇ ਆਪਣੇ ਮੁਖੋਂ ਉਚਾਰਨ ਕੀਤਾ। ਸਰਵਣ ਕਰੋ ਜੀ। ਰਾਗ ਮਲਾਰ ਚੌਪਦੀ ਮਹੱਲਾ ਪਹਿਲਾ ਘਰ ਪਹਿਲਾ। ਰਾਗ ਮਲਾਰ ਹੈ। ਮਲਾਰ ਰਾਗ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ 'ਚੋਂ ਪਿਆਰਾ ਰਾਗ ਹੈ। ਮੀਂਹ ਜਦੋਂ ਵਰਸਦਾ ਉਸ ਵਕਤ ਇਸ ਰਾਗ ਨੂੰ ਗਾਇਆ ਜਾਂਦਾ ਹੈ। ਅਕਸਰ ਸਾਵਣ ਭਾਦਰੋਂ ਦੇ ਮਹੀਨੇ 2 ਮਹੀਨੇ ਰਾਗੀ ਸਿੰਘ ਇਸ ਪਾਵਨ ਰਾਗ ਨੂੰ ਲਗਾਤਾਰ ਨਿਰੰਤਰ ਗਾਇਨ ਕਰਦੇ ਨੇ, ਜਦੋਂ ਵੀ ਕਿਸੇ ਚੌਂਕੀ ਦੀ ਕੀਰਤਨ ਦੀ ਆਰੰਭਤਾ ਹੁੰਦੀ ਹੈ। ਤੋ ਮਲਾਰ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਚੌਪਦੇ। ਇਸ ਪਵਿੱਤਰ ਸ਼ਬਦ ਦੇ 4 ਬੰਦ ਨੇ, 4 ਪਦੇ ਨੇ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਪਾਵਨ ਸ਼ਬਦ ਹੈ। ਮਹੱਲਾ ਪਹਿਲਾ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਘਰ ਤਾਲ ਦਾ ਇੱਕ ਵਾਚਕ ਹੈ। ਘਰ ਬੇਅੰਤੀ ਦੱਸੇ ਗਏ ਨੇ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਕੁਝ ਘਰ ਸਾਹਿਬ ਦੇ ਪ੍ਰਵਾਨ ਕੀਤੇ ਹੈ। ਪਹਿਲੇ ਘਰ ਸੁਰਤਾਲ ਵਿੱਚ ਇਸ ਪਵਿੱਤਰ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਸ਼ਬਦ ਦੀ ਆਰੰਭਤਾ ਹੋ ਰਹੀ ਹੈ। ਮਹਾਰਾਜ ਜੀ ਪਹਿਲਾਂ ਮੰਗਲਾਚਰਨ ਕਰਦੇ ਨੇ। ਸਰਵਣ ਕਰੀਏ ਜੀ।
ਇੱਕ ਓੰਕਾਰ। ਇੱਕ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ। ਇੱਕ ਦਾ ਮਤਲਬ ਇੱਥੇ ਗਿਣਤੀ ਦਾ ਏਕਾ ਨਹੀਂ ਹੈ। ਜੇ ਗਿਣਤੀ ਦਾ ਏਕਾ ਮੰਨੀਏ ਤੇ ਫਿਰ ਉਸ ਤੋਂ ਬਾਅਦ 2 ਵੀ ਹੈ, 3 ਵੀ ਹੈ, 4 ਵੀ ਹੈ। ਇਹ ਸੰਗਿਆਵਾਚਕ ਇੱਕ ਹੈ ਵੀ ਜਿਸ ਵਰਗਾ ਕੋਈ ਦੂਜਾ ਨਹੀਂ ਉਹਨੂੰ ਕਿਹਾ ਇੱਕ। ਯਾਨੀ ਕਿ ਜਿਸ ਤੋਂ ਬਾਅਦ 2 ਜਾਂ 3 ਦੀ ਗਿਣਤੀ ਨਹੀਂ ਹੈ, ਇੱਕ ਬਸ ਉਹੀ ਹੈ। ਇੱਕ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਖੱਟ ਜੋਤੀਆਂ ਮੰਨੀਆਂ ਨੇ, ਉਹਨਾਂ 'ਚੋਂ ਸੂਰਜ ਹੈ, ਚੰਦਰਮਾ ਹੈ, ਤਾਰੇ ਨੇ, ਆਕਾਸ਼ੀ ਬਿਜਲੀ ਹੈ। ਇਹ ਜਿਹੜੀਆਂ 6 ਜੋਤੀਆਂ ਨੇ ਇਹ ਆਪਣੇ ਆਪ ਤੋਂ ਨਹੀਂ ਪ੍ਰਕਾਸ਼ ਰਹੀਆਂ। ਸੂਰਜ ਦਾ ਪ੍ਰਕਾਸ਼ ਆਪਣਾ ਨਹੀਂ ਹੈ, ਚੰਦਰਮਾ ਦਾ ਪ੍ਰਕਾਸ਼ ਆਪਣਾ ਨਹੀਂ ਹੈ, ਤਾਰਿਆਂ ਦਾ ਪ੍ਰਕਾਸ਼ ਆਪਣਾ ਨਹੀਂ ਹੈ, ਬਿਜਲੀ ਵਿੱਚ ਚਮਕਣੇ ਵਾਲਾ ਪ੍ਰਕਾਸ਼ ਉਹਦਾ ਆਪਣਾ ਨਹੀਂ ਹੈ। ਇਹ ਜਿਹੜਾ ਪ੍ਰਕਾਸ਼ ਹੈ ਇਹ ਪਰ ਤੇ ਪ੍ਰਕਾਸ਼ ਹੈ। ਜਿਹੜਾ ਇਹਨਾਂ ਨੂੰ ਪ੍ਰਕਾਸ਼ ਰਿਹਾ ਉਹਨੂੰ ਕਹਿੰਦੇ ਨੇ ਓੰਕਾਰ। ਮਨੁੱਖ ਵਿੱਚ ਵੀ ਪ੍ਰਕਾਸ਼ ਹੈ। ਮਨੁੱਖ ਦੇ ਅੰਦਰ ਜਿਹੜੀ ਚੇਤਨਾ ਦਾ ਪ੍ਰਕਾਸ਼ ਹੈ ਉਹ ਪ੍ਰਕਾਸ਼ ਵੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਕਾਸ਼ ਹੈ। ਉਸ ਨੂੰ ਕਿਹਾ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਜੋ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਸਭ ਨੂੰ ਚੇਤਨਾ ਦੇਣ ਵਾਲਾ ਹੈ, ਜਿਸ ਦੇ ਚਾਨਣੇ ਨਾਲ ਸਾਰਿਆਂ ਵਿੱਚ ਚਾਨਣਾ ਹੋ ਰਿਹਾ ਹੈ, ਜਿਸ ਦੇ ਪ੍ਰਕਾਸ਼ ਨਾਲ ਸਾਰੇ ਹੀ ਪ੍ਰਕਾਸ਼ ਰਹੇ ਨੇ, ਉਹ ਹੈ ਓੰਕਾਰ। ਓੰਕਾਰ ਬੀਜ ਹੈ। ਜਿਵੇਂ ਬੀਜ ਤੋਂ ਦਰਖਤ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਓੰਕਾਰ ਬੀਜ ਹੈ ਔਰ ਇਸ ਬੀਜ ਤੋਂ ਇਹ ਸੰਸਾਰ ਰੂਪੀ ਦਰਖਤ ਪੈਦਾ ਹੋਇਆ। ਇਹ ਜਿਤਨਾ ਬ੍ਰਹਿਮੰਡ ਹੈ, ਇਹ ਜਿਤਨਾ ਵੀ ਵਿਸ਼ਵ ਹੈ, ਇਹ ਸਾਰਾ ਵਿਸ਼ਵ ਇਹਦਾ ਬੀਜ ਹੈ ਓੰਕਾਰ। ਓੰਕਾਰ ਦੇ ਬੀਜ ਤੋਂ ਹੀ ਇਹ ਸਾਰਾ ਸੰਸਾਰ, ਇਹ ਸਾਰਾ ਵਿਸ਼ਵ ਪੈਦਾ ਹੋਇਆ। ਓੰਕਾਰ ਬੀਜ ਹੈ। ਓੰਕਾਰ ਦਾ ਅਰਥ ਇਸ ਤਰ੍ਹਾਂ ਵੀ ਮਹਾਂਪੁਰਸ਼ ਕਰਦੇ ਹੈ, ਜੋ ਪੈਦਾ ਕਰਦਾ ਹੈ, ਪਾਲਦਾ ਹੈ ਔਰ ਸੰਘਾਰ ਕਰਦਾ ਹੈ, ਜਿਹਦੇ 'ਚ ਤਿੰਨੇ ਸ਼ਕਤੀਆਂ ਨੇ, ਉਹਨੂੰ ਕਹਿੰਦੇ ਨੇ ਓੰਕਾਰ। ਔਰ ਓੰਕਾਰ ਦਾ ਮਤਲਬ ਜੋ ਰੱਖਿਆ ਕਰੇ। ਜਦੋਂ ਉਹਦਾ ਨਾਂ ਲਈਏ ਤਾਂ ਉਹ ਰੱਖਿਆ ਕਰਦਾ ਹੈ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਜਦੋਂ ਕੋਈ ਮੂਲ ਮੰਤਰ ਦਾ ਅਭਿਆਸ ਕਰਦਾ ਹੈ, ਇੱਕ ਓੰਕਾਰ ਨਾਲ ਕਹਿੰਦਾ ਹੈ, ਤਾਂ ਮੂਲ ਮੰਤਰ ਦਾ ਅਭਿਆਸ ਕਰਨ ਨਾਲ ਉਹਦੀ ਹਰ ਪ੍ਰਕਾਰ ਨਾਲ ਰੱਖਿਆ ਹੁੰਦੀ। ਜਿਹੜਾ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਉਹਦੇ ਤੇ ਦੁਨੀਆ ਦਾ ਕੋਈ ਮੰਤਰ, ਕੋਈ ਤੰਤਰ ਜੰਤਰ ਨਹੀਂ ਚੱਲਦਾ। ਮੂਲ ਮੰਤਰ ਦੇ ਅਭਿਆਸੀ ਗੁਰਮੁਖ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਆਦਿ ਵਿਆਧੀ ਉਪਾਧੀ ਦਾ ਪ੍ਰਭਾਵ ਨਹੀਂ ਪੈਂਦਾ। ਸੋ ਓੰਕਾਰ ਦਾ ਮਤਲਬ ਜੋ ਰੱਖਿਆ ਕਰਨ ਵਾਲਾ ਰਾਖਾ ਹੈ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰਜਾਮੀ, ਜੋ ਸਭ ਦੀ ਰੱਖਿਆ ਕਰਨ ਵਾਲਾ ਹੈ। ਸਤਨਾਮ। ਉਹਦਾ ਨਾਮ ਹੀ ਤ੍ਰਈ ਕਾਲ ਸਤ ਹੈ। ਤ੍ਰਈ ਕਾਲ ਸਤ ਹੈ ਉਸ ਦਾ ਨਾਮ। ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅਗਾਂਹ ਨੂੰ ਵੀ ਸਤ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਤ੍ਰਈ ਕਾਲ ਸਤ ਹੈ ਉਹਨੂੰ ਕਹਿੰਦੇ ਨੇ ਸਤ। ਉਹਦਾ ਨਾਮ ਹੀ ਤ੍ਰਈ ਕਾਲ ਸਤ ਹੈ। ਜਪ ਮਨ ਸਤਨਾਮ ਸਦਾ ਸਤਨਾਮ। ਉਹਦਾ ਨਾਮ ਹੀ ਤ੍ਰਈ ਕਾਲ ਸਤ। ਬਾਕੀ ਸਭ ਕੁਝ ਨਸ਼ਵਰ ਹੈ। ਹਰ ਸ਼ੈ ਬਿਨਸਣੀ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਇਹ ਸਾਰਾ ਸੰਸਾਰ ਨਸ਼ਵਰ ਹੈ, ਬਿਨਸਣੇ ਵਾਲਾ ਹੈ, ਪਰ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤ੍ਰਈ ਕਾਲ ਸਤ ਹੈ। ਸਤਨਾਮ ਜੋ ਤ੍ਰਈ ਕਾਲ ਸਤ ਹੈ। ਨਾ ਆਮ, ਕੰਨਾ ਲੱਗਾ ਨਾ ਨੰਨੇ ਨੂੰ, ਨਾ ਆਮ ਜੋ ਆਮ ਨਹੀਂ ਹੈ, ਖਾਸ ਹੈ, ਉਹਨੂੰ ਕਹਿੰਦੇ ਨੇ ਸਤਨਾਮ। ਜੋ ਆਮ ਨਹੀਂ ਹੈ, ਜੋ ਖਾਸ ਹੈ, ਜਿਸ ਦਾ ਜਾਪ ਜਪਣ ਵਾਲੇ ਵੀ ਖਾਸ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਉਸ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਦੇ ਨੇ, ਪਰਮੇਸ਼ਰ ਖਾਸ ਹੈ ਤੇ ਉਸ ਖਾਸ ਪ੍ਰਭੂ ਦੇ ਖਾਸ ਨਾਮ ਨੂੰ ਜਪਣ ਵਾਲੇ ਵੀ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਖਾਸ ਹੋ ਜਾਂਦੇ ਹਨ। ਕਬੀਰ ਜੀ ਖਾਸ ਹੋ ਗਏ,
ਤਦੇ ਤੇ ਕਬੀਰ ਜੀ ਇੱਕ ਛੋਟੀ ਜਿਹੀ ਗਲੀ 'ਚ ਰਹਿੰਦੇ ਆ ਬਨਾਰਸ ਵਿੱਚ। ਉਹਨਾਂ ਦਾ ਕੋਈ ਬਹੁਤ ਵੱਡਾ ਪਰਿਵਾਰ ਨਹੀਂ ਹੈ, ਕੋਈ ਭਾਈਚਾਰਾ ਬਹੁਤ ਵੱਡਾ ਨਹੀਂ, ਸ਼ੂਦਰ ਵਰਣ ਵਿੱਚ ਪਰਵਰਿਸ਼ ਹੋਈ ਹੈ। ਉਹਨਾਂ ਕੋਲ ਕੀ ਸੀ ਕਿ ਕਬੀਰ ਜੀ ਨੂੰ ਅੱਜ ਬੱਚਾ ਬੱਚਾ ਜਾਣਦਾ ਹੈ। ਕਬੀਰ ਜੀ ਦੇ ਪੱਲੇ ਪਰਮੇਸ਼ਰ ਦਾ ਨਾਮ ਧਨ ਸੀ। ਉਸ ਨਾਮ ਦੀ ਬਰਕਤ ਕਰਕੇ ਕਬੀਰ ਜੀ ਖਾਸ ਹੋ ਗਏ, ਔਰ ਜਦੋਂ ਤੱਕ ਸੰਸਾਰ ਰਹੇਗਾ ਮਹਾਂਪੁਰਸ਼ ਭਗਤ ਕਬੀਰ ਜੀ ਖਾਸ ਹੀ ਰਹਿਣਗੇ। ਨਾਮ ਦੀ ਮਹਿਮਾ ਹੈ, ਇਹ ਨਾਮ ਦਾ ਪ੍ਰਤਾਪ ਹੈ। ਜੋ ਖਾਸ ਕਰ ਦੇਵੇ ਉਹਨੂੰ ਕਹਿੰਦੇ ਆ ਨਾਮ। ਇੱਕ ਮਹਾਂਪੁਰਸ਼ ਸਨ, ਚੰਗੀ ਗੁਰਮੁਖ ਰੂਹ ਅਵਸਥਾ ਦੇ ਮਾਲਕ ਨਿਹੰਗ ਸਿੰਘ ਸੀ, ਸਰੀਰ ਛੱਡ ਗਏ। ਉਹ ਕਿਹਾ ਕਰਦੇ ਸਨ, ਇੱਧਰ ਪੁਆਧ ਦੇ ਇਲਾਕੇ ਦੀ ਬੋਲੀ ਬੋਲਦੇ ਸੀ। ਉਹਨਾਂ ਕਹਿਣਾ ਕਿ ਭਾਈ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਸਮਝਦੇ ਆ ਨਾ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਸਮਝਦੇ ਆ, ਉਹ ਖਾਸ ਹੋ ਜਾਂਦੇ ਹਨ। ਜਿਹੜੇ ਕਹਿੰਦੇ ਚਲੋ ਆਮ ਹੀ ਨੇ, ਉਹ ਆਮ ਬਣ ਕੇ ਹੀ ਸੰਸਾਰ ਚੋਂ ਗੁਜ਼ਰ ਜਾਂਦੇ, ਚਲੇ ਜਾਂਦੇ, ਉਹਨਾਂ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ, ਉਹ ਆਮ ਹੀ ਹੋ ਜਾਂਦੇ ਆ। ਜਿਹੜੇ ਗੁਰੂ ਪਾਤਸ਼ਾਹ ਨੂੰ ਖਾਸ ਸਮਝਦੇ ਉਹ ਵੀ ਖਾਸ ਹੋ ਜਾਂਦੇ ਆ। ਮੇਰੇ ਸਾਹਿਬ ਦਾ ਨਾਮ ਤਰਈ ਕਾਲ ਸਤ ਹੈ, ਜੋ ਖਾਸ ਹੈ ਸਾਰੇ ਜਗਤ ਵਿੱਚ ਪ੍ਰਗਟ ਹੈ। ਕਰਤਾ ਪੁਰਖ, ਕਰਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ, ਪਰਮੇਸ਼ਰ ਕਰਤਾ ਹੈ, ਅਕਾਲ ਪੁਰਖ ਕਰਤਾ ਹੈ। ਸਤਿਗੁਰੂ ਜੀ ਨੇ ਕਿਰਤ ਨੂੰ ਵੇਖ ਕੇ ਕਰਤਾ ਚੇਤੇ ਕਰਵਾਇਆ, ਸਾਨੂੰ ਕਿਰਤ ਨਾਲ ਨਹੀਂ ਜੋੜਿਆ। ਜਿਸ ਨੇ ਇਸ ਕਿਰਤ ਨੂੰ ਕੀਤਾ, ਇਸ ਕਿਰਤ ਦੇ ਕਰਤੇ ਨਾਲ ਜੋੜਿਆ। ਆਮ ਕਰਕੇ ਸੰਸਾਰੀ ਲੋਕਾਂ ਦਾ ਸੁਭਾਅ ਕੀ ਹੈ? ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਣੈ। ਕੀਤੇ ਕੋ ਮੇਰਾ ਸਮਾਨਾ ਕਰਨ ਹਾਰ ਤ੍ਰਿਣ ਜਾਣੈ। ਇਹ ਸੰਸਾਰੀ ਲੋਕਾਂ ਦੀ ਫਿਤਰਤ ਹੈ। ਕੀਤੇ ਹੋਏ ਨੂੰ ਤਾਂ ਸਮਝਦੇ ਆ ਵੀ ਬੜਾ ਵੱਡਾ ਸੰਸਾਰ ਹੈ, ਬਹੁਤ ਕੁਝ ਹੈ। ਜਿਹਨੇ ਕੀਤਾ ਉਹਦੇ ਬਾਰੇ ਉਹਨੂੰ ਘਾਹ ਦੇ ਕਿਣਕੇ ਵਾਂਗੂ ਤੁੱਛ ਜਿਹਾ ਸਮਝ ਕੇ ਕਦੇ ਚੇਤੇ ਹੀ ਨਹੀਂ ਕਰਦਾ। ਇਹ ਸੰਸਾਰੀ ਬੰਦਿਆਂ ਦੀ ਬਿਰਤੀ ਹੈ। ਗੁਰਮੁਖਾਂ ਦੀ ਇਹ ਬਿਰਤੀ ਹੈ, ਉਸ ਪਰਮੇਸ਼ਰ ਦੀ ਕੀਤੀ ਹੋਈ ਕਿਰਤ ਨੂੰ ਤੁੱਛ ਸਮਝ ਕੇ ਉਸ ਕਰਤੇ ਨੂੰ ਵੱਡਾ ਕਰਕੇ ਜਾਣਦੇ ਹਨ ਕਿ ਪਾਰ ਬ੍ਰਹਮ ਪਰਮੇਸ਼ਰ ਕਰਤਾ ਹੈ। ਜਿਸ ਨੇ ਇੱਕ ਅੱਖ ਦੇ ਫੋਰ 'ਚ ਸਾਰਾ ਬ੍ਰਹਿਮੰਡ ਰਚ ਦਿੱਤਾ ਹੈ, ਉਹ ਆਪ ਕਿਤਨਾ ਵੱਡਾ ਹੋਵੇਗਾ, ਕਿਤਨਾ ਵਿਸ਼ਾਲ ਹੋਵੇਗਾ। ਕਰਤਾ ਜੋ ਸਾਰੇ ਜਗਤ ਨੂੰ ਕਰਨ ਵਾਲਾ ਹੈ। ਇੱਕ ਅਤੀ ਵਿਆਪਤੀ ਦੋਸ਼ ਹੁੰਦਾ ਹੈ। ਮੰਨ ਲਓ ਕਿਸੇ ਨੇ ਆਖਿਆ ਕਿ ਜੀ ਬਲਦ ਕਿਹੋ ਜਿਹਾ ਹੁੰਦਾ, ਕਿਸੇ ਆਖਿਆ ਜਿਹਦੀਆਂ 4 ਲੱਤਾਂ ਹੁੰਦੀਆਂ। ਦੂਜਾ ਕੋਲੋਂ ਕਹਿੰਦਾ ਵੀ 4 ਲੱਤਾਂ ਤਾਂ ਘੋੜੇ ਦੀਆਂ ਵੀ ਹੁੰਦੀਆਂ ਨੇ, 4 ਲੱਤਾਂ ਤਾਂ ਗਧੇ ਦੀਆਂ ਵੀ ਹੁੰਦੀਆਂ ਨੇ, 4 ਹੀ ਲੱਤਾਂ ਖੱਚਰ ਦੀਆਂ ਹੁੰਦੀਆਂ ਨੇ। ਤੇ ਫਿਰ ਉਹਨੂੰ ਕਹਿੰਦੇ ਨੇ ਇੱਕ ਚੀਜ਼ ਜਿਹੜੀ ਬਹੁਤਿਆਂ 'ਚ ਘਟ ਜਾਵੇ ਉਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ ਆ। ਕਈਆਂ ਨੇ ਕਰਤਾ ਜਿਹੜੇ ਨਿਆਏ ਵਾਲੇ ਨੇ, ਨਿਆਏ ਸ਼ਾਸਤਰ, ਉਹ ਇਸ ਸੰਸਾਰ ਦਾ ਕਰਤਾ ਪਰਮਾਣੂਆਂ ਨੂੰ ਮੰਨਦੇ, ਅਣੂਆਂ ਤੋਂ। ਉਹ ਕਹਿੰਦੇ ਅਣੂਆਂ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ। ਇਸੇ ਤਰ੍ਹਾਂ ਉਹਨਾਂ ਨੇ ਕਰਤਾ ਇਹਨਾਂ ਨੂੰ ਮੰਨਿਆ ਹੋਇਆ। ਬਹੁਤਿਆਂ ਨੇ ਬਹੁਤ ਚੀਜ਼ਾਂ ਨੂੰ ਕਰਤਾ ਮੰਨਿਆ ਹੋਇਆ। ਪਰ ਪਰਮੇਸ਼ਰ ਜਿੱਥੇ ਕਰਤਾ ਹੈ, ਉਹ ਕਰਨ ਤੋਂ ਬਾਹਰ। ਜੁਲਾਹਾ ਜਿਹੜਾ ਉਹ ਕੱਪੜੇ ਦਾ ਕਰਤਾ ਹੈ, ਉਹ ਕੱਪੜਾ ਬਣਾਉਂਦਾ, ਉਹ ਵੀ ਤਾਂ ਕਰਤਾ ਹੋ ਗਿਆ। ਕੱਲ ਨੂੰ ਕੋਈ ਕਹੇ ਵੀ ਜੁਲਾਹੇ ਵਾਸਤੇ ਕਿਹਾ ਵੀ ਉਹ ਕਰਤਾ। ਸੋਨੇ ਦਾ ਜਿਹੜਾ ਗਹਿਣੇ ਬਣਾਵੇ ਉਹ ਕਰਤਾ ਸੁਨਿਆਰ ਹੋ ਗਿਆ। ਲੋਹੇ ਦਾ ਕਰਤਾ ਲੋਹਾਰ ਹੋ ਗਿਆ। ਫਿਰ ਉਹ ਵੀ ਤਾਂ ਕਰਤੇ ਨੇ। ਤੇ ਕਿਤੇ ਲੋਕ ਉਹਨਾਂ ਨਾਲ ਨਾ ਜੁੜਨ ਲੱਗ ਪੈਣ ਵੀ ਇਹ ਵੀ ਕਰਤੇ ਨੇ। ਮਹਾਰਾਜ ਜੀ ਨੇ ਅੱਗੇ ਪੁਰਖ ਸ਼ਬਦ ਉਚਾਰਨ ਕਰਕੇ ਸਤੀ ਵਿਆਪਤੀ ਦੋਸ਼ ਦੀ ਨਿਰਵਿਰਤੀ ਕੀਤੀ ਔਰ ਆਖਿਆ ਕਿ ਪਰਮੇਸ਼ਰ ਜਿੱਥੇ ਕਰਤਾ ਹੈ ਉਹ ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਵੀ ਹੋਇਆ। ਪੁਰਖ ਦਾ ਮਤਲਬ ਜੋ ਸਾਰਿਆਂ ਵਿੱਚ ਪੂਰਿਆ ਹੋਇਆ। ਜੁਲਾਇਆ ਕੱਪੜਾ ਬਣਾ ਕੇ ਕੱਪੜੇ ਵਿੱਚ ਤਾਂ ਨਹੀਂ ਵਸਦਾ। ਲੋਹਾਰ ਲੋਹੇ ਦੇ ਔਜ਼ਾਰ ਬਣਾ ਕੇ ਉਹਦੇ ਵਿੱਚ ਤਾਂ ਨਹੀਂ ਵਸਦਾ, ਉਹਦੇ ਤੋਂ ਵੱਖਰੇ ਰਹਿੰਦੇ ਆ ਨਾ। ਘੁਮਿਆਰ ਘੜੇ ਦਾ ਕਰਤਾ ਬਣ ਕੇ ਘੜੇ ਦੇ ਵਿੱਚ ਤਾਂ ਨਹੀਂ ਵਸਦਾ। ਪਰਮੇਸ਼ਰ ਸਾਰੇ ਜਗਤ ਦਾ ਕਰਤਾ ਤੇ ਕਰਨ ਤੋਂ ਬਾਅਦ ਫਿਰ ਸਾਰਿਆਂ ਵਿੱਚ ਵਸਦਾ ਵੀ ਹੈ। ਕੁਦਰਤ ਕਰਕੇ ਵਸਿਆ ਸੋਏ, ਉਹ ਇਸ ਸਾਰੀ ਕੁਦਰਤ ਨੂੰ ਬਣਾ ਕੇ ਇਹਦੇ ਵਿੱਚ ਸਾਰਿਆਂ ਵਿੱਚ ਵਸਦਾ ਵੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ।
ਇਹ ਸਾਰਾ ਜਗਤ ਉਸ ਸੱਚੇ ਸਾਹਿਬ ਦੀ ਕੋਠੜੀ ਹੈ। ਫਿਰ ਕਰਕੇ ਇਸ ਕੋਠੀ ਨੂੰ ਉਹ ਇਹਦੇ ਵਿੱਚ ਵਸਦਾ, ਜਿਹੜਾ ਵਿੱਚ ਵਸਦਾ ਉਹਨੂੰ ਕਹਿੰਦੇ ਨੇ ਪੁਰਖ, ਜੋ ਸਾਰਿਆਂ ਨੂੰ ਪੂਰਨੇ ਵਾਲਾ ਹੈ, ਸਭ ਨੂੰ ਭਰਨ ਵਾਲਾ ਹੈ। ਪੁਰਖ ਦਾ ਦੂਸਰਾ ਅਰਥ ਹੈ ਭਰਨੇ ਵਾਲਾ, ਜੋ ਸਭ ਨੂੰ ਭਰਨ ਵਾਲਾ ਹੈ। ਜਿਤਨੇ ਸੰਸਾਰ ਦੇ ਜੀਵ ਨੇ ਸਭ ਨੂੰ ਪਾਲਣ ਵਾਲਾ ਹੈ ਕਿ ਨਹੀਂ? ਉਹ ਭਰਦਾ ਨਾ, ਸਭ ਨੂੰ ਭਰਨ ਪੋਖਣ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਰਦਾ ਹੈ। ਜੋ ਸਭ ਨੂੰ ਭਰ ਦੇਵੇ, ਪੂਰ ਦੇਵੇ, ਉਹਨੂੰ ਕਹਿੰਦੇ ਨੇ ਪੁਰਖ। ਪੂ ਨਾਮ ਨਰਕਾਂ ਦਾ ਹੈ, ਰੱਖ ਨਾਮ ਰੱਖਿਆ ਕਰਨੇ ਵਾਲੇ ਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਸਿੱਖ ਪੰਥ ਦੀ ਯੂਨੀਵਰਸਿਟੀ ਕਹਿ ਲਈਏ, ਉਹਨਾਂ ਨੂੰ ਤਾਤ ਕਥਨੀ ਨਹੀਂ। ਐਸੇ ਮਹਾਂਪੁਰਸ਼, ਵਿਦਵਾਨ ਮਹਾਂਪੁਰਸ਼, ਉਹ ਅਰਥ ਕਰਦੇ ਪੁਰਖ ਦੇ। ਉਹ ਕਹਿੰਦੇ ਪੁਰਖ ਦਾ ਮਤਲਬ ਪੂ ਨਾਮ ਨਰਕਾਂ ਦਾ, ਰੱਖ ਨਾਮ ਰੱਖਿਆ ਕਰਨੇ ਵਾਲੇ ਦਾ ਹੈ। ਜਦੋਂ ਉਸ ਪਰਮੇਸ਼ਰ ਦਾ ਨਾਮ ਲਈਏ ਤੇ ਉਹ ਆਪਣੇ ਸੇਵਕਾਂ ਨੂੰ ਨਰਕਾਂ ਤੋਂ ਬਚਾ ਲੈਂਦਾ, ਨਰਕਾਂ 'ਚ ਨਹੀਂ ਡਿੱਗਣ ਦਿੰਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਕਰਤਾ ਪੁਰਖ। ਜਿਹੜਾ ਮੂਲ ਮੰਤਰ ਦਾ ਜਾਪ ਜਪਦਾ, ਅਭਿਆਸ ਕਰਦਾ, ਭਾਈ ਉਹ ਨਰਕਾਂ 'ਚ ਨਹੀਂ ਪੈਂਦਾ, ਉਹਨੂੰ ਸਾਹਿਬ ਜੀ ਨਰਕਾਂ ਤੋਂ ਬਚਾ ਲੈਂਦੇ ਆ, ਰੱਖ ਲੈਂਦੇ ਆ। ਪੁਰਖ ਦਾ ਮਤਲਬ ਨਰਕਾਂ ਤੋਂ ਰੱਖਿਆ ਕਰਨ ਵਾਲਾ। ਪੁਰ ਜਮਾ ਖਾ, ਪੁਰ ਨਾਮ ਹੈ ਪੁਰੀਆਂ ਦਾ। ਆ ਜਿੰਨੀਆਂ ਪੁਰੀਆਂ ਨੇ, ਬ੍ਰਹਮਪੁਰੀ ਹੈ, ਸ਼ਿਵਪੁਰੀ ਹੈ, ਵਿਸ਼ਨਪੁਰੀ ਹੈ, ਕਿੰਨੀਆਂ ਪੁਰੀਆਂ ਨੇ। ਇਹਨਾਂ ਸਾਰੀਆਂ ਪੁਰੀਆਂ ਵਿੱਚ ਜਿਸ ਦਾ ਪ੍ਰਕਾਸ਼ ਹੈ, ਖਾ ਨਾਮ ਪ੍ਰਕਾਸ਼ਣੇ ਵਾਲੇ ਦਾ ਹੈ। ਜਿਹੜਾ ਇਹਨਾਂ ਸਾਰੀਆਂ ਪੁਰੀਆਂ ਨੂੰ ਪ੍ਰਕਾਸ਼ਣੇ ਵਾਲਾ, ਉਹਨੂੰ ਕਹਿੰਦੇ ਨੇ ਪੁਰਖ। ਫਿਰ ਖਾ ਨਾਮ ਲੈ ਕਰਨ ਦਾ ਵੀ ਹੁੰਦਾ ਹੈ, ਆਪਣੇ ਵਿੱਚ ਖਤਮ ਜਜ਼ਬ ਕਰ ਲੈਣਾ। ਜਿਤਨੀਆਂ ਪੁਰੀਆਂ ਨੇ ਨਾ, ਸਾਰੀਆਂ ਪੁਰੀਆਂ ਨੂੰ ਆਪਣੇ ਵਿੱਚ ਜਿਹੜਾ ਲੈ ਕਰ ਲੈਂਦਾ, ਉਹਨੂੰ ਕਹਿੰਦੇ ਨੇ ਪੁਰਖ। ਹਾਂਜੀ, ਨਿਰਭਉ। ਉਹ ਅਕਾਲ ਪੁਰਖ ਨਿਰਭਉ ਹੈ, ਉਹਨੂੰ ਭਉ ਨਹੀਂ ਹੈ ਕਿਸੇ ਦਾ। ਭਉ ਨਾਮ ਹੈ ਡਰ ਦਾ। ਜਿਹੜਾ ਸੰਸਾਰ ਦਾ ਹਰ ਇੱਕ ਪ੍ਰਾਣੀ ਮਾਤਰ ਦੇ ਹਿਰਦੇ 'ਚ ਕੋਈ ਨਾ ਕੋਈ ਭਉ ਤੇ ਡਰ ਹੈ। ਇਹ ਗੱਲ ਵੱਖਰੀ ਆ ਵੀ ਰੱਬ ਦਾ ਭੈ ਨਹੀਂ ਰੱਖਦਾ, ਉਦਾਂ ਤਾਂ ਡਰ ਬੜੇ ਨੇ। ਪਰਮੇਸ਼ਰ ਦਾ ਭੈ ਨਹੀਂ ਮੰਨਦਾ, ਕਹਿੰਦਾ ਮੈਂ ਤਾਂ ਪਰਮੇਸ਼ਰ ਤਾਂ ਬੜੀ ਦੂਰ ਹੈ, ਬੰਦਿਆਂ ਦੇ ਭੈ ਤਾਂ ਰੱਖਦਾ। ਇਹ ਭੈ ਤਾਂ ਇਹਦੇ ਅੰਦਰ ਹੈ ਵੀ ਕਿਤੇ ਮੇਰੇ ਬੱਚੇ ਮੇਰੇ ਤੋਂ ਬਾਗੀ ਨਾ ਹੋ ਜਾਣ, ਮੇਰੀ ਦੁਕਾਨ ਦਾ ਕੰਮ ਮੰਦ ਨਾ ਹੋ ਜਾਏ, ਮੇਰੀ ਨੌਕਰੀ ਨਾ ਚਲੀ ਜਾਏ, ਫਲਾਣਾ ਬੰਦਾ ਮੇਰਾ ਕੋਈ ਨੁਕਸਾਨ ਨਾ ਕਰ ਦੇ। ਕਿੰਨੇ ਤਰ੍ਹਾਂ ਦੇ ਡਰ ਨੇ ਲੋਕਾਂ ਦੇ ਦਿਲਾਂ 'ਚ। ਸਭ ਸੰਸਾਰ ਦੇ ਜੀਵਾਂ ਵਿੱਚ ਭੈ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਭੈ ਨਹੀਂ, ਉਹ ਨਿਰਭਉ ਹੈ। ਔਰੰਗਜ਼ੇਬ ਦੀ ਕਚਹਿਰੀ 'ਚ ਖਲੋ ਕੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੇਰੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਔਰੰਗਿਆ ਤੂੰ ਜਰਵਾਣਾ ਹੈ, ਲੋਕਾਂ ਨੂੰ ਭੈ ਭੀਤ ਕਰ ਸਕਦਾ ਹੈ, ਪਰ ਅਸੀਂ ਤੇਰੇ ਭੈ ਵਿੱਚ ਨਹੀਂ। ਨਾ ਅਸੀਂ ਤੇਰਾ ਭੈ ਮੰਨਦੇ ਹਾਂ ਤੇ ਨਾ ਕਿਸੇ ਨੂੰ ਭੈ ਦਿੰਦੇ ਹਾਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਇਹ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀ ਅਵਸਥਾ ਹੈ। ਨਿਰਭਉ, ਅਕਾਲ ਪੁਰਖ ਨਿਰਭਉ ਹੈ। ਉਹਨੂੰ ਕਿਸੇ ਦਾ ਭੈ ਨਹੀਂ, ਉਹਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਵੀ ਖੌਫ ਨਹੀਂ ਹੈ। ਨਿਰਵੈਰ। ਉਹ ਵੈਰ ਤੋਂ ਵੀ ਰਹਿਤਾ, ਉਹਦਾ ਵੈਰ ਨਹੀਂ ਹੈ ਕਿਸੇ ਨਾਲ। ਮੇਰੇ ਸਤਿਗੁਰੂ ਜੀ ਨਿਰਵੈਰ ਨੇ। ਗੁਰੂ ਪਾਤਸ਼ਾਹ ਨਾਲ ਜੇ ਕਿਸੇ ਨੇ ਵੈਰ ਕੀਤਾ ਤੇ ਉਹ ਵੈਰ ਕਰਕੇ ਉਹਨੇ ਆਪਣੀ ਕਰਨੀ ਦਾ ਫਲ ਆਪ ਖੱਟਿਆ। ਸਤਿਗੁਰੂ ਜੀ ਨੇ ਕਿਸੇ ਨਾਲ ਵੈਰ ਨਹੀਂ ਕੀਤਾ। ਔਰੰਗਜ਼ੇਬ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਰਿਹਾ, ਉਹਦੇ ਪੁੱਤਰ ਬਹਾਦਰ ਸ਼ਾਹ ਨੂੰ, ਜਿਹੜਾ ਸਤਿਗੁਰੂ ਕਲਗੀਧਰ ਦੀ ਸ਼ਰਨ ਚ ਆਉਂਦਾ, ਮਹਾਰਾਜ ਜੀ ਨੂੰ ਰਾਜ ਦੇ ਤਖਤ ਤੇ ਬਿਠਾ ਰਹੇ ਨੇ। ਕਿਉਂ? ਮੇਰੇ ਸਾਹਿਬ ਨਿਰਵੈਰ ਨੇ, ਕਿਸੇ ਨਾਲ ਵੈਰ ਨਹੀਂ ਪਾਲਦੇ। ਸਤਿਗੁਰਾਂ ਨਾਲ ਜੇ ਕੋਈ ਵੈਰ ਕਰੇ ਤਾਂ ਉਹ ਆਪਣੇ ਘਰ ਨੂੰ ਲੂਕੀ ਆਪ ਲਾਉਂਦਾ, ਉਹ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦਾ। ਪਰ ਸਤਿਗੁਰੂ ਜੀ ਨਿਰਵੈਰ ਹਨ, ਅਕਾਲ ਪੁਰਖ ਜੀ ਨਿਰਵੈਰ ਹਨ। ਉਹਦਾ ਕਿਸੇ ਨਾਲ ਵੈਰ ਕਿਹਦੇ ਨਾਲ ਕਰਨ, ਜਦੋਂ ਸਭ ਕੁਝ ਉਹਨਾਂ ਦੀ ਅੰਸ਼ ਤੋਂ ਹੀ ਪੈਦਾ ਹੋਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸਭ ਕੁਝ ਉਸੇ ਦੀ ਅੰਸ਼ ਤੋਂ ਪੈਦਾ ਹੋਇਆ ਤੇ ਆਪਣੀ ਅੰਸ਼ ਨਾਲ ਵੈਰ ਕਿਵੇਂ ਕਰਨ? ਆਪਣੀ ਅੰਸ਼ ਨਾਲ ਅਕਾਲ ਪੁਰਖ ਜੀ ਵੈਰ ਕਿਵੇਂ ਕਰ ਸਕਦੇ ਹੈ? ਇਸ ਕਰਕੇ ਵਾਹਿਗੁਰੂ ਜੀ ਨਿਰਵੈਰ ਹਨ। ਰਾਰੇ ਨੂੰ ਜਿਹੜੀ ਔਂਕੜ ਲੱਗੀ ਇਹਦਾ ਵਾਚਕ ਹੋ ਜਾਂਦਾ ਵਿਆਕਰਣ ਦੇ ਮੁਤਾਬਕ
ਵੈਲ ਤਾਈ, ਸਾਰਿਆਂ ਨੂੰ ਕੋਈ ਨਾ ਕੋਈ ਵੈਲ ਲੱਗਾ ਹੋਇਆ, ਜਿਹਨੂੰ ਆਪਾਂ ਕਹਿੰਦੇ ਆਦਤ। ਕਿਸੇ ਨੂੰ ਬਹੁਤਾ ਬੋਲਣ ਦੀ ਆਦਤ ਹੈ, ਕਿਸੇ ਨੂੰ ਬਹੁਤਾ ਖਾਣ ਦੀ ਆਦਤ ਹੈ, ਕਿਸੇ ਨੂੰ ਟੁਰਨ ਫਿਰਨ ਦੀ ਆਦਤ ਹੈ, ਕਿਸੇ ਨੂੰ ਇੱਕ ਜਗ੍ਹਾ ਤੇ ਬਹਿ ਰਹਿਣ ਦੀ ਆਦਤ ਹੈ। ਸਭ ਨੂੰ ਕੋਈ ਨਾ ਕੋਈ ਆਦਤ ਹੁੰਦੀ ਹੈ, ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਆਦਤ ਹੈ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਆਦਤ ਨਹੀਂ, ਇਸ ਕਰਕੇ ਉਹਨੂੰ ਕਹਿੰਦੇ ਆ ਨਿਰਵੈਰ। ਜੋ ਸਰਵ ਪ੍ਰਕਾਰ ਦੀਆਂ ਆਦਤਾਂ ਤੋਂ ਨਿਰਰਹਿਤ ਹੈ, ਉਹਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ। ਅਕਾਲ ਮੂਰਤ, ਪਰਮੇਸ਼ਰ ਦੀ ਮੂਰਤ, ਅਕਾਲ ਪੁਰਖ ਦੀ ਜਿਹੜੀ ਹਸਤੀ ਹੈ ਉਹ ਅਕਾਲ ਹੈ। ਹਰ ਮੂਰਤ ਬਿਨਸਣੀ ਹੈ, ਭਾਵੇਂ ਉਹ ਪੱਥਰ ਦੀ ਬਣੀ ਹੋਵੇ, ਭਾਵੇਂ ਉਹ ਕਿਸੇ ਧਾਤ ਦੀ ਬਣੀ ਹੋਵੇ। ਜਿਤਨੀਆਂ ਵੀ ਮੂਰਤੀਆਂ ਨੇ ਸਭ ਬਿਨਸਣੀਆਂ ਨੇ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹਸਤੀ ਹੈ ਉਹ ਸदैवी ਹੈ, ਸਤ ਹੈ, ਅਕਾਲ ਹੈ। ਉਹਨੂੰ ਕਿਸੇ ਕਾਲ ਦੇ ਵਿੱਚ, ਦਾਇਰੇ ਵਿੱਚ ਬੱਧ ਨਹੀਂ ਕੀਤਾ ਜਾ ਸਕਦਾ। ਹਰ ਸ਼ੈ ਕਾਲ ਨੇ ਬਣਾਈ ਹੈ ਤੇ ਕਾਲ ਨੇ ਚੱਬ ਜਾਣੀ ਹੈ। ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब काल ही चबाहेंगे। पातशाह कहते काल पाए ब्रह्मा बपतरा, काल पाए शिवजू अवतरा, काल पाए कर बिसर प्रकाशा, सकल काल का किया तमाशा। ये सारा काल का तमाशा जिन्ना भी ये वरतारा संसार विच वरत रहा है, काल ने बनाया ते काल ने समेट जाना है। पर एक अकाल पुरख वाहिगुरू परमेश्वर है, जिन्हों काल ने नहीं बनाया, वो अकाल है, काल तो रहत है। ਉਹਦੀ ਹਸਤੀ ਮੂਰਤ ਦਾ ਮਤਲਬ ਹੁੰਦਾ ਅਕਾਲ ਮੂਰਤ ਪਾਠ ਹਮੇਸ਼ਾ ਇਕੱਠਿਆਂ ਕਰਨਾ ਹੈ। ਆਮ ਕਰਕੇ ਕਈ ਵਾਰੀ ਮੂਲ ਮੰਤਰ ਦਾ ਪਾਠ ਕਰਦੇ ਆ, ਕਈ ਵੀਰ ਅਕਾਲ ਕਹਿ ਕੇ ਫਿਰ ਬਾਅਦ ਵਿੱਚ ਮੂਰਤ ਕਹਿੰਦੇ ਹਨ। ਜਿਵੇਂ ਨਿਰਭਉ, ਨਿਰਵੈਰ, ਇਹ ਵੱਖਰਾ ਵੱਖਰਾ ਕਰਦੇ ਆ ਨਾ, ਤੇ ਅੱਗੇ ਜਾ ਕੇ ਕਈ ਵੀਰ ਅਕਾਲ ਫਿਰ ਮੂਰਤ ਸਹਿਭੰਗ, ਇਦਾਂ ਵੀ ਕਈ ਪਾਠ ਕਰਦੇ, ਇਦਾਂ ਨਹੀਂ ਕਰਨਾ। ਅਕਾਲ ਮੂਰਤ ਪਾਠ ਹਮੇਸ਼ਾ ਇਕੱਠਿਆਂ ਉਚਾਰਨ ਕਰਨਾ ਹੈ, ਕਿਉਂਕਿ ਦੋਨਾਂ ਦਾ ਅਰਥਾਂ ਦਾ ਸੰਬੰਧ ਦੋਨਾਂ ਨਾਲ ਮਿਲਦਾ ਹੈ। ਜਿਸ ਦੀ ਮੂਰਤ, ਜਿਸ ਦੀ ਹਸਤੀ ਅਕਾਲ ਕਾਲ ਤੋਂ ਰਹਿਤ ਹੈ, ਜਿਹਦਾ ਵਜੂਦ ਸदैवी ਰਹਿਣ ਵਾਲਾ ਹੈ, ਤਦੇ ਅੰਗੀਠਾ ਫਰੋਲਿਆ ਗਿਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਬਾਲਾ ਜੇਰ ਸਤਿਗੁਰੂ। ਗਰੀਬ ਨਵਾਜ ਪਾਤਸ਼ਾਹ ਦਾ ਜਦੋਂ ਅੰਗੀਠਾ ਫਰੋਲਿਆ ਤੇ ਵਿੱਚੋਂ ਕੁਝ ਨਹੀਂ ਨਿਕਲਿਆ ਸਿਵਾਏ ਇੱਕ ਛੋਟੀ ਸ਼੍ਰੀ ਸਾਹਿਬ ਦੇ, ਕਿਉਂਕਿ ਮੇਰੇ ਪਾਤਸ਼ਾਹ ਸਤ ਨੇ, ਸदैवी ਨੇ, ਉਹਨਾਂ ਦੀ ਮੂਰਤ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜਿੰਨੀ ਕਿ 300 350 ਸਾਲ ਪਹਿਲਾਂ ਮੌਜੂਦ ਸੀ, ਔਰ ਜੁਗਾਂ ਤਾਈਂ ਉਸੇ ਤਰ੍ਹਾਂ ਰਹੇਗੀ। ਜਦੋਂ ਜਿੱਥੇ ਵੀ ਕਿਤੇ ਵੀ ਬੈਠਾ ਗੁਰੂ ਕਾ ਸਿੱਖ ਮੇਰੇ ਸਾਹਿਬਾਂ ਦਾ ਚਿੰਤਨ ਕਰਦਾ, ਆਰਾਧਨ ਕਰਦਾ, ਸਤਿਗੁਰੂ ਜੀ ਝੱਟ ਆਪਣੇ ਸਿੱਖ ਦੀ ਸਹਾਇਤਾ ਵਾਸਤੇ ਪਹੁੰਚਦੇ ਹਨ। ਸਤਿ ਸ੍ਰੀ ਅਕਾਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮੂਰਤ ਅਕਾਲ ਹੈ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਅਕਾਲ ਹੈ, ਜੋ ਸਤ ਹੈ, सदैवी ਹੈ, ਸਦਾ ਰਹਿਣ ਵਾਲੀ ਹੈ। ਆਜੂਨੀ ਸਹਿਭੰਗ, ਆਜੂਨੀ ਜੋ ਜੂਨੀਆਂ ਵਿੱਚ ਨਹੀਂ ਆਉਂਦਾ, ਆਜੂਨੀ ਜੋ ਜੂਨੀਆਂ ਤੋਂ ਆ ਰਹਿਤ ਹੈ। ਜੋ ਜੂਨੀਆਂ ਤੋਂ ਆ ਰਹਿਤ ਹੋਵੇ, ਕਿਸੇ ਜੂਨੀ ਵਿੱਚ ਨਹੀਂ ਆਉਂਦਾ, ਉਹਨੂੰ ਕਹਿੰਦੇ ਨੇ ਅਜੂਨੀ। ਪਰਮੇਸ਼ਰ ਕਿਸੇ ਜੂਨੀ 'ਚ ਨਹੀਂ ਆਉਂਦਾ, ਸਭ ਜੂਨੀਆਂ ਉਹਦੇ ਤੋਂ ਆਈਆਂ ਹਨ, ਪਰ ਉਹ ਆਪ ਕਿਸੇ ਜੂਨੀ ਤੋਂ ਨਹੀਂ ਪੈਦਾ ਹੋਇਆ। ਅੰਡਜ, ਜੇਰਜ, ਸੇਤਜ, ਉਤਪੁਜ, ਚਾਰ ਖਾਣੀਆਂ, ਤੇ ਚਾਰ ਖਾਣੀਆਂ ਵਿੱਚੋਂ 84 ਲੱਖ ਜੂਨੀਆਂ ਪੈਦਾ ਹੁੰਦੀਆਂ। ਚਾਰ ਖਾਣੀਆਂ ਚੋਂ 84 ਲੱਖ ਜੂਨੀਆਂ ਨੇ, ਔਰ ਇਹਨਾਂ 84 ਲੱਖ ਜੂਨੀਆਂ ਵਿੱਚੋਂ ਪਰਮੇਸ਼ਰ ਕਿਸੇ ਜੂਨੀ 'ਚ ਨਹੀਂ ਆਉਂਦਾ। ਇਹ 84 ਲੱਖ ਜੂਨੀਆਂ ਉਹਦੇ ਤੋਂ ਆਈਆਂ ਹਨ, ਪਰ ਉਹ ਆਪ ਅਜੂਨੀ ਹੈ। ਅੱਜ ਨਾਮ ਉਮਰ ਦਾ ਹੁੰਦਾ ਤੇ ਦਲੈਂਕੜਾਂ ਜਿਹੜੀਆਂ ਲੱਗੀਆਂ ਨੇ ਵਿਆਕਰਨ ਦੇ ਮੁਤਾਬਕ ਸੰਧੀ ਨਿਸ਼ੇਧ ਕਰਕੇ ਇਹਦੇ ਚ ਊੜਾ ਸ਼ਬਦ ਨਿਕਲੇਗਾ। ਦਲੈਂਕੜਾਂ ਚੋਂ ਊਨੀ, ਅੱਜ ਊਨੀ। ਅੱਜ ਨਾਮ ਹੁੰਦਾ ਉਮਰ ਦਾ, ਸਭ ਦੀ ਉਮਰ ਹੈ। ਬ੍ਰਹਮਾ ਜੀ ਦੀ ਵੀ ਉਮਰ ਹੈ, ਵਿਸ਼ਨੂੰ ਜੀ ਦੀ ਵੀ ਉਮਰ ਹੈ, ਸ਼ਿਵ ਜੀ ਦੀ ਵੀ ਉਮਰ ਹੈ, ਇੰਦਰ ਦੀ ਉਮਰ ਹੈ, ਮਨੁੱਖਾਂ ਦੀ ਉਮਰ ਹੈ, ਧਰਤੀ ਦੀ ਉਮਰ ਹੈ,
ਜੀਵਾਂ ਜੰਤੂਆਂ ਦੀ, ਬਨਸਪਤੀ ਦੀ, ਪਹਾੜਾਂ ਦੀ, ਨਦੀਆਂ, ਦਰਿਆਵਾਂ, ਸਮੁੰਦਰ, ਧਰਤੀ, ਸੂਰਜ, ਚੰਦਰਮਾ ਸਭ ਦੀ ਉਮਰ ਹੈ। ਪਰ ਪਾਰ ਬ੍ਰਹਮ ਪਰਮੇਸ਼ਰ ਦੀ ਕੋਈ ਉਮਰਾ ਨਹੀਂ। ਅੱਜ ਉਨੀ ਉਹ ਉਮਰ ਤੋਂ ਰਹਿਤ ਹੈ, ਉਹਦੀ ਕੋਈ ਉਮਰ ਨਹੀਂ। ਕੋਈ ਕਹਿ ਸਕੇ ਵੀ 2 ਕਰੋੜ ਸਾਲ ਉਮਰ ਹੈ ਪਰਮੇਸ਼ਰ ਦੀ, 4 ਯੁੱਗ ਪੁਰਾਣਾ ਹੈ ਜਾਂ 10 ਯੁੱਗ ਪੁਰਾਣਾ ਹੈ। ਕਹਿੰਦੇ ਉਸ ਨੂੰ ਪਰੰਪਰਾਵਰ ਨਾਥ ਕਿਹਾ ਜਾਂਦਾ ਹੈ। ਪਰੰਪਰਾਵਰ ਨਾਥ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਦੀ ਕੋਈ ਉਮਰਾ ਨਹੀਂ। ਅੱਜ ਉਨੀ ਉਮਰਾਂ ਤੋਂ ਰਹਿਤ, ਜੂਨੀਆਂ ਤੋਂ ਰਹਿਤ। ਸੈਭੰ ਸਵਤੇ ਪ੍ਰਕਾਸ਼ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਉਹਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ। ਉਹ ਆਪ ਹੀ, ਜਦੋਂ ਉਸਨੇ ਕਿਹਾ ਇੱਕ ਤੋਂ ਬਹੁ ਰੂਪ ਹੋ ਜਾਵਾਂ, ਉਹ ਆਪਣੇ ਆਪ ਤੋਂ ਹੀ ਬਣਿਆ, ਉਹ ਕਿਸੇ ਦੇ ਬਣਾਇਆ ਨਹੀਂ ਬਣਿਆ। ਸੈਭੰ, ਉਹਦਾ ਸਾਰਾ ਕੁਝ ਬਣਾਇਆ ਹੋਇਆ ਪਰ ਉਹਨੂੰ ਕਿਸੇ ਨੇ ਨਹੀਂ ਬਣਾਇਆ। ਉਹ ਸਵਤੇ ਪ੍ਰਕਾਸ਼ ਹੈ। ਹਾਂਜੀ, ਗੁਰ ਪ੍ਰਸਾਦ ਕਿਵੇਂ ਮਿਲਦਾ ਉਹ ਪਰਮੇਸ਼ਰ, ਉਹਦੇ ਸਵਰੂਪ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਸਾਰਾ ਸਰੂਪ ਵਰਣਨ ਕਰਕੇ ਵੀ ਉਹ ਕੈਸਾ ਹੈ, ਅਖੀਰ ਚ ਆ ਕੇ ਕਹਿੰਦੇ ਗੁਰ ਪ੍ਰਸਾਦ। ਕਿਵੇਂ ਮਿਲਦਾ ਹੈ? ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ। ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰ ਕਿਰਪਾ, ਜਿਹਦੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਗੁਰਦੇਵ ਪ੍ਰਸਾਦ ਕਰਦੇ ਨੇ, ਰਹਿਮਤ ਕਰਦੇ ਆ, ਬਖਸ਼ਿਸ਼ ਕਰਦੇ ਆ, ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਆਰੰਭਦੇ ਨੇ, ਸੁਣੋ ਜੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾਣਾ, ਫਿਰ ਪੀਣਾ, ਆ ਵੀ ਪੀ ਲੋ, ਆ ਵੀ ਪੀ ਲੋ, ਖਾ ਲੋ, ਆ ਵੀ ਖਾ ਲੋ, ਆ ਵੀ ਖਾ ਲੋ। ਹੱਸਣਾ, ਸੌਣਾ, ਇਹ ਪਸ਼ੂਆਂ ਦੀਆਂ ਬਰਾਬਰ ਹੀ ਨੇ ਕਿਰਿਆਵਾਂ। ਪਸ਼ੂ ਵੀ ਇਹੀ ਕੁਝ ਕਰਦੇ ਆ, ਮਨੁੱਖ ਵੀ ਇਹੀ ਕੁਝ ਕਰੀ ਜਾਵੇ, ਤੇ ਫਰਕ ਕੀ ਆ ਦੋਨਾਂ 'ਚ? ਫਿਰ ਤਾਂ ਕੋਈ ਫਰਕ ਨਹੀਂ ਹੋਇਆ। ਇੰਨਾ ਫਰਕ ਹੈ ਵੀ ਇਹਦੀਆਂ ਲੱਤਾਂ 2 ਨੇ, ਜਾਨਵਰਾਂ ਦੀਆਂ 4 ਨੇ। ਉਹ ਘਾਹ ਖਾ ਕੇ ਵੀ ਅੰਮ੍ਰਿਤ ਦਿੰਦੇ ਆ, ਇਹ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਉਹਨੂੰ ਵਿਸ਼ਟਾ 'ਚ ਮਿਲਾ ਦਿੰਦਾ। ਫਰਕ ਤਾਂ ਇਹੀ ਹੈ। ਫਿਰ ਖਾਣਾ ਪੀਣਾ ਹੱਸਣਾ ਸੌਣਾ, ਇਹਦੇ ਵਿੱਚ ਲੱਗ ਕੇ ਵਿਸਰ ਗਿਆ ਹੈ ਮਰਨਾ। ਮੌਤ ਤਾਂ ਭੁੱਲ ਹੀ ਗਈ ਹੈ ਵੀ ਕਦੇ ਮੈਂ ਮਰਨਾ ਵੀ ਹੈ। ਜੇ ਕੋਈ ਕਹੇ ਉਹ ਸ਼ੁਭ ਸ਼ੁਭ ਬੋਲ, ਜੇ ਮੂੰਹ ਚੰਗਾ ਨਹੀਂ ਤਾਂ ਗੱਲ ਚੰਗੀ ਕਰੀਦੀ ਹੈ। ਮੈਂ ਕੋਈ ਹੁਣੇ ਮਰ ਜਾਣਾ ਨਾ, ਇਹ ਨਾ ਗੱਲ ਕਰੀ। ਮਰਨਾ ਇਹਨੂੰ ਵਿਸਰ ਗਿਆ, ਮੌਤ ਭੁੱਲ ਗਈ ਹੈ। ਤਦੇ ਤੇ ਸੋਚਦਾ ਹੈ ਵੀ ਮੈਂ ਖਰੇ ਸੰਸਾਰ ਵਿੱਚ ਸदैव ਹੀ ਹਾਂ, ਸੱਤ ਹਾਂ, ਇਹ ਵੀ ਕਰ ਲਵਾਂ, ਇਹ ਵੀ ਜੋੜ ਲਵਾਂ, ਇਹ ਵੀ ਇਕੱਠਾ ਕਰ ਲਵਾਂ। ਮੌਤ ਇਹਨੂੰ ਵਿਸਰੀ ਹੋਈ ਹੈ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਖਸਮ ਨੂੰ, ਮਾਲਕ ਨੂੰ, ਆਪਣੇ ਸੁਆਮੀ ਨੂੰ ਆਪਣੇ ਹਿਰਦੇ ਚੋਂ ਵਿਸਾਰ ਕੇ ਖੁਆਰੀਆਂ ਕਰਦਾ, ਮਾੜੇ ਕੰਮ ਕਰਦਾ ਹੈ। ਰੱਬ ਨੂੰ ਵਿਸਾਰ ਕੇ ਭੈੜੇ ਕੰਮਾਂ ਵਿੱਚ ਖੁਆਰੀਆਂ ਪਿਆ ਕਰਦਾ। ਆਪ ਹੁਦਰੀਆਂ ਕਰਨੀਆਂ, ਮਨਮੁਖਾਂ ਸਾਖਤਾਂ ਤੇ ਦੁਰਜਨਾਂ ਵਾਲੇ ਕੰਮ ਕਰਦਾ, ਰੱਬ ਨੂੰ ਵਿਸਾਰ ਕੇ। ਪਾਤਸ਼ਾਹ ਕਹਿੰਦੇ ਹੋ ਤੇਰੇ ਇਹੋ ਜਿਹੇ ਜੀਵਨ ਤੇ ਲਾਹਨਤ ਹੈ, ਤਰਕਾਰ ਹੈ। ਤ੍ਰਿਗ ਜੀਵਨ, ਮਹਾਂਪੁਰਸ਼ ਦੱਸਦੇ ਵੀ 100 ਵੇਰੀ ਕਿਸੇ ਨੂੰ ਫੇਟੇ ਮੂੰਹ ਕਹੋ ਤੇ ਇੱਕ ਲਾਹਨਤ ਬਣਦੀ। 100 ਵੇਰੀ ਕਿਸੇ ਨੂੰ ਲਾਹਨਤ ਪਾਓ ਤੇ ਇੱਕ ਤ੍ਰਿਗ ਬਣਦਾ। ਇਹ ਤ੍ਰਿਗ ਦਾ ਪੈਮਾਨਾ ਮਾਪਣ ਦਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਕੇ ਤੂੰ ਟੁਰਿਆ ਫਿਰਦਾ, ਆਪਣੀਆਂ ਆਪ ਹੁਦਰੀਆਂ ਕਰਦਾ, ਤੇਰੇ ਜੀਵਨੇ ਤੇ ਤ੍ਰਿਗ ਹੈ। ਤ੍ਰਿਗ ਜੀਵਨ। ਉਹ ਸੱਜਣਾ ਕਿਹੜੇ ਭੁਲੇਖਿਆਂ 'ਚ ਟੁਰਿਆ ਫਿਰਦਾ, ਨਹੀਂ ਰਹਿਣਾ ਇੱਥੇ ਤੂੰ ਸਦਾ ਨਹੀਂ ਜੇ ਰਹਿਣਾ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ।
ਰਹਿਣ ਨਾ ਪਾਵੈ ਸੁਰ ਨਰ ਦੇਵ। ਇੱਥੇ ਕਿਹੜਾ ਸਦਾ ਰਹਿਣਾ, ਇਹ ਸੰਸਾਰ ਤੋਂ ਜਾਣਾ ਹੀ ਪੈਣਾ। ਤੂੰ ਕਿਹੜੇ ਭੁਲੇਖਿਆਂ 'ਚ ਪਿਆ ਹੋਇਆ। ਪ੍ਰਾਣੀ ਏਕੋ ਨਾਮ ਤੇ ਆਵੋ। ਇਹ ਪ੍ਰਾਣਾ ਵਾਲੇ, ਪ੍ਰਾਣੀ ਕਿਹਨੂੰ ਕਹਿੰਦੇ? ਜਿਹਦੇ 'ਚ ਪ੍ਰਾਣ ਚੱਲਦੇ ਨੂੰ ਕਹਿੰਦੇ ਪ੍ਰਾਣੀ। ਇਹ ਪ੍ਰਾਣਾ ਵਾਲੇ ਪ੍ਰਾਣੀ, ਸਾਡੇ ਸਾਰਿਆਂ 'ਚ ਪ੍ਰਾਣ ਚੱਲਦੇ ਆ ਨਾ। ਤੋ ਮਨੁੱਖ ਨੂੰ ਸੰਬੋਧਨ ਕਰਕੇ ਕਹਿੰਦੇ ਪ੍ਰਾਣਾ ਵਾਲਿਓ ਪ੍ਰਾਣੀਓ। ਪ੍ਰਾਣੀ ਏਕੋ ਨਾਮ ਧਿਆਵੋ। ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਧਿਆਵੋ। ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪ੍ਰਾਣੀ ਏਕੋ ਨਾਮ ਧਿਆਵੋ। 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 ਪਾਤਸ਼ਾਹ ਕਹਿੰਦੇ ਇੱਕ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਵੋ, ਇੱਕ ਅਕਾਲ ਪੁਰਖ ਦੇ ਨਾਮ ਦੀ ਬੰਦਗੀ ਕਰੋ। ਹਾਂਜੀ, ਆਪਣੀ ਪਤ ਸੇਤੀ ਕਰ ਜਾਵੋ। ਪਰਮੇਸ਼ਰ ਦਾ ਨਾਮ ਧਿਆਵੋਗੇ ਤੇ ਆਪਣੀ ਇੱਜ਼ਤ ਸਹਿਤ, ਪਤ ਸਹਿਤ ਪਰਮੇਸ਼ਰ ਦੇ ਨਿਜ ਘਰ ਵਿੱਚ ਜਾਓਗੇ। ਆਪਣੀ ਪਤ ਸੇਤੀ, ਬਹੁਤੇ ਤਾਂ ਪਤ ਗਵਾ ਕੇ ਹੀ ਜਾਂਦੇ ਆ ਇਸ ਸੰਸਾਰ 'ਚ। ਬਹੁਤੇ ਆਪਣੀ ਪਤ ਗਵਾ ਕੇ ਹੀ ਜਾਂਦੇ ਆ। ਇੱਕ ਪਰਮੇਸ਼ਰ ਦਾ ਨਾਮ ਧਿਆ ਔਰ ਇੱਜ਼ਤ ਸਹਿਤ ਆਪਣੇ ਨਿਜ ਘਰ ਵਿੱਚ ਜਾ। ਇੱਜ਼ਤ ਸਹਿਤ, ਪਤ ਸਹਿਤ, ਉੱਥੇ ਤੈਨੂੰ ਬੇਆਬਰੂ ਨਾ ਹੋਣਾ ਪਵੇਗਾ। ਪਤ ਸਹਿਤ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ 'ਚ ਜਾਵੇਗਾ। ਰਹਾਉ ਤੁਧ ਨੂੰ ਸੇਵੇ, ਤੁਝ ਕਿਆ ਦੇਵੇ, ਮੰਗੇ ਲੇਵੇ ਰਹੇ ਨਹੀਂ। ਤੁਧ ਨੋ ਸੇਵ ਹੈ, ਤੁਝ ਕਿਆ ਦੇਵ ਹੈ। ਹੇ ਵਾਹਿਗੁਰੂ, ਜਿਹੜੇ ਤੈਨੂੰ ਸੇਵਦੇ ਐ ਤੇ ਬਾਅਦ ਚ ਆਖਣ ਕਿ ਅਸੀਂ ਤਾਂ ਆਹ ਕੁਝ ਸੇਵਾ ਕੀਤੀ। ਕਈ ਕਹਿ ਨਹੀਂ ਦਿੰਦੇ ਜੀ ਮੈਂ ਗੁਰਦੁਆਰੇ ਆਹ ਸੇਵਾ ਕੀਤੀ, ਮੈਂ ਉੱਥੇ ਆਹ ਸੇਵਾ ਚੜਾਈ। ਮਹਾਰਾਜ ਤੈਨੂੰ ਸੇਵ ਕਿਉਂ, ਤੈਨੂੰ ਕੀ ਦਿੰਦੇ ਐ? ਤੇਰੇ ਦਿੱਤੇ ਚ ਤੈਨੂੰ ਦੇ ਕੇ ਕੀ ਦਿੰਦੇ ਐ? ਤੁਝ ਕਿਆ ਦੇਵ ਹੈ, ਤੈਨੂੰ ਮਹਾਰਾਜ ਕੀ ਦੇ ਦਿੰਦੇ ਐ? ਸਗੋਂ ਹੋਰ ਮੰਗਦੇ ਐ। ਮੰਗ ਹੈ ਲੇਵ ਹੈ, ਮੰਗਦੇ ਐ ਮਹਾਰਾਜ ਹੋਰ ਦੇ ਦਿਓ, ਹੋਰ ਦੇ ਦਿਓ। ਤੈਨੂੰ ਕੀ ਦੇਣਾ ਉਹਨਾਂ ਨੇ ਤੇਰੀ ਸੇਵਾ ਕਰਕੇ? ਆਪਾਂ ਕਹਿ ਨਹੀਂ ਦਿੰਦੇ ਉਹਨਾਂ ਨੇ ਤੈਨੂੰ ਕੀ ਦੇ ਦੇਣਾ ਬਈ। ਮਹਾਰਾਜ ਜਿਹੜੇ ਜੀਵ ਤੈਨੂੰ ਸੇਵਦੇ ਆ, ਤੈਨੂੰ ਆਰਾਧਦੇ ਆ, ਤੈਨੂੰ ਆਰਾਧ ਕੇ ਤੈਨੂੰ ਕੀ ਦੇ ਦਿੰਦੇ ਆ? ਸਗੋਂ ਤੇਰੇ ਕੋਲੋਂ ਲੈਂਦੇ ਆ। ਮਹਾਰਾਜ ਹੋਰ ਦੇ ਦਿਓ, ਹੋਰ ਦੇ ਦਿਓ। ਇਹ ਲਈ ਜਾਂਦੇ, ਆਪ ਹੀ ਨਹੀਂ ਰਹਿੰਦਾ। ਪਰਮੇਸ਼ਰ ਦਿੰਦਿਆਂ ਥੱਕਦਾ ਨਹੀਂ, ਇਹ ਆਪ ਲੈਂਦਾ ਲੈਂਦਾ ਹੀ ਥੱਕ ਜਾਂਦਾ, ਰਹਿੰਦਾ ਹੀ ਨਹੀਂ। ਵਾਹਿਗੁਰੂ ਪਰਮੇਸ਼ਰ ਤਾਂ ਦੇ ਹੀ ਜਾਂਦਾ, ਇਹ ਹੀ ਥੱਕ ਜਾਂਦਾ, ਇਹਦਾ ਸਰੀਰ ਮੁੱਕ ਮਰ ਜਾਂਦਾ। ਪਰਮੇਸ਼ਰ ਫਿਰ ਵੀ ਦਾਤਾ ਬਣ ਕੇ ਦੇ ਰਿਹਾ ਹੁੰਦਾ। ਹਾਂਜੀ, ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜਿਉ ਤੂੰ ਹੀ। हे ਪ੍ਰਭੂ ਤੂੰ ਦਾਤਾ ਹੈ ਸਾਰੇ ਜੀਆਂ ਦਾ। ਤੂੰ ਦਾਤਾ ਜੀਆਂ ਸਭਨਾ ਕਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ। ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜੀਓ ਤੂੰ ਹੀ। ਜਿਤਨੇ ਸੰਸਾਰ ਦੇ ਜੀ ਨੇ ਉਹਨਾਂ ਵਿੱਚ ਤੂੰ ਹੀ ਜੀਓ ਬਣ ਕੇ ਵਸਦਾ। ਜੀਵਾਂ ਵਿੱਚ ਜੀਵ ਬਣਿਆ ਹੋਇਆ ਪਰਮੇਸ਼ਰ। ਜਿਤਨੇ ਸੰਸਾਰ ਦੇ ਜੀਵ ਨੇ ਉਹਨਾਂ ਵਿੱਚ ਪ੍ਰਮਾਤਮਾ ਦੀ ਚੇਤਨਾ ਹੀ ਹੈ ਨਾ, ਅਕਾਲ ਪੁਰਖ ਦੀ ਚੇਤਨਾ ਹੀ ਹੈ ਸਾਰਿਆਂ ਵਿੱਚ ਵਰਤਦੀ। ਤੂੰ ਹੀ ਸੰਸਾਰ ਦੇ ਸਮਸਤ ਜੀਆਂ ਦਾ ਦਾਤਾ ਹੈ। ਗੁਰਮੁਖ ਧਿਆਵੇ ਸੇ ਅੰਮ੍ਰਿਤ ਪਾਵੇ, ਸੇ ਸੂਚੇ ਹੋਈ। ਗੁਰਮੁਖ ਧਿਆਵੈ ਹੈ, ਗੁਰਮੁਖ ਧਿਆਉਂਦੇ ਆ ਪਰਮੇਸ਼ਰ ਨੂੰ।
ਅਕਾਲ ਪੁਰਖ ਨੂੰ ਔਰ ਪਰਮੇਸ਼ਰ ਨੂੰ ਧਿਆ ਕੇ ਸੇ ਅੰਮ੍ਰਿਤ ਪਾਵਹਿ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ। ਅੰਮ੍ਰਿਤ ਕਿਹੜਾ? ਨਾਮ ਅੰਮ੍ਰਿਤ, ਆਪਣੇ ਨਿਜ ਸਰੂਪ ਦਾ ਅੰਮ੍ਰਿਤ, ਉਹਨੂੰ ਪਾਉਂਦੇ ਆ। ਸੇਈ ਸੁੱਚੇ ਹੋਈ, ਅਸਲ ਵਿੱਚ ਉਹੀ ਸੁੱਚੇ ਹਨ, ਉਹੀ ਪਵਿੱਤਰ ਹਨ, ਉਹੀ ਸ਼ੁੱਧ ਹੁੰਦੇ ਹਨ। ਐ ਨਿਸ ਨਾਮ ਜਪੋ ਰੇ ਪ੍ਰਾਣੀ। ਇਹ ਪ੍ਰਾਣੀ ਹਾਲੇ ਵੀ ਵੇਲਾ, ਕੁਝ ਨਹੀਂ ਜੇ ਵਿਗੜਿਆ, ਜਦੋਂ ਤੱਕ ਇੱਕ ਘੱਟ ਸਾਹ ਚੱਲਦੇ ਐ ਹਾਲੇ ਵੀ ਵੇਲਾ। ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਧਿਆ। ਐਹਨਸ ਨਾਮ ਜਪੋ ਰੇ ਪ੍ਰਾਣੀ, ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਜਪ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਹਾਲੇ ਵੀ ਵੇਲਾ ਹੈ, ਜਪ ਲੈ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਕਮਾਈ ਕਰ ਲੈ। ਮੈਲੇ ਹੱਛੇ ਹੋਈ, ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਐਸਾ ਹੈ, ਜਿਹੜੇ ਨਾਮ ਜਪਦੇ ਨੇ ਨਾਮ ਦੀ ਬਰਕਤ ਐਸੀ ਆ, ਮੈਲਿਆਂ ਤੋਂ ਹੱਛੇ ਹੋ ਜਾਂਦੇ, ਸ਼ੁੱਧ ਹੋ ਜਾਂਦੇ ਹਨ। ਨਾਮ ਜਪਣ ਵਾਲੇ ਮੈਲੇ ਹੱਛੇ ਹੋ ਜਾਂਦੇ ਹਨ। ਲੋਕ ਕਹਿੰਦੇ ਨਹੀਂ ਹੁੰਦੇ, ਕਈ ਕਹਿੰਦੇ ਕਿ ਸਾਡੇ ਪਾਪੀਆਂ ਕੋਲੋਂ ਕਿੱਥੇ ਨਾਮ ਜਪਿਆ ਜਾਂਦਾ ਹੈ। ਉਹ ਭਾਈ ਜਦੋਂ ਪਾਪੀ ਨਾਮ ਜਪਦੇ ਆ, ਉਹ ਪਾਪੀ ਵੀ ਮੁਕਤ ਹੋ ਜਾਂਦੇ ਆ, ਮਲ ਤੋਂ ਰਹਿਤ ਹੋ ਜਾਂਦੇ ਆ ਪਾਪ ਕਰਮਾਂ ਦੀ। ਮੈਲੇ ਹੱਛੇ ਹੋ ਹੀ ਮੈਲਿਆਂ ਤੋਂ ਹੱਛੇ ਹੋ ਜਾਂਦੇ ਨੇ। ਇਹ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਏਡੀ ਵੱਡੀ ਬਰਕਤ ਹੈ। ਇਹ ਮੈਲਿਆਂ ਨੂੰ ਉਜਲਾ ਕਰਨ ਵਾਲਾ ਹੈ। ਜਿਹੜੇ ਮੈਲੇ ਨੇ ਉਹਨਾਂ ਨੂੰ ਪਵਿੱਤਰ ਤੇ ਪਾਵਨ ਕਰਨ ਵਾਲਾ ਸਾਹਿਬ ਦਾ ਅੰਮ੍ਰਿਤ ਨਾਮ ਹੈ। ਇਹ ਪ੍ਰਾਣੀ, ਇਸ ਅੰਮ੍ਰਿਤ ਨਾਮ ਨੂੰ ਜਪ। ਜੇਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜੇਹੀ ਦੇਹੀ। ਕਹਿੰਦੇ ਜਿਹੋ ਜੀ ਰੁੱਤ, ਰੁੱਤ ਜਿਹੋ ਜੀ ਹੋਵੇ ਕਾਇਆ ਉਦਾਂ ਦੀ ਹੋ ਜਾਂਦੀ ਹੈ। ਇਹ ਆਪਣੇ ਆਪ ਨੂੰ ਉਸੇ ਤਰ੍ਹਾਂ ਦੀ ਰੁੱਤ ਦੇ ਮੁਤਾਬਕ ਕਾਇਆ ਢਾਲ ਲੈਂਦੀ। ਸਰਦੀਆਂ ਦੇ ਦਿਨ ਹੋਣ, ਕਾਇਆ ਉਸੇ ਤਰ੍ਹਾਂ ਉਸੇ ਮੁਤਾਬਕ ਢਲ ਜਾਂਦੀ ਹੈ। ਗਰਮੀਆਂ ਦੀ ਰੁੱਤ ਹੋਵੇ, ਉਹਦੇ ਮੁਤਾਬਕ ਢਲ ਜਾਂਦੀ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ, ਕਾਇਆ ਨੂੰ ਉਸੇ ਤਰ੍ਹਾਂ ਦਾ ਸੁੱਖ ਉਹਨੂੰ ਮਿਲਣ ਲੱਗ ਪੈਂਦਾ। ਇਹ ਉਦਾਂ ਦੇ ਮੁਤਾਬਕ ਹੀ ਢਲਣ ਲੱਗ ਪੈਂਦੀ ਹੈ। ਤੇਹੋ ਜਿਹੀ ਦੇਹੀ, ਕਹਿੰਦੇ ਇਸੇ ਤਰ੍ਹਾਂ ਜੇ ਤੂੰ ਇਸ ਕਲੀ ਕਾਲ ਦੀ ਰੁੱਤ ਦੇ ਵਿੱਚ, ਇਹ ਕਲਯੁਗ ਵੀ ਰੁੱਤ ਹੈ, ਕਲਯੁਗ ਵਿੱਚ ਰੁੱਤ ਹੈ ਪਰਮੇਸ਼ਰ ਦੇ ਨਾਮ ਬੀਜਣ ਦੀ, ਨਾਮ ਭਜਨ ਕਰਨ ਦੀ। ਤੇ ਜੇ ਪਰਮੇਸ਼ਰ ਦੇ ਨਾਮ ਦਾ ਭਜਨ ਕਰੇਗਾ ਤੇ ਤੇਰੀ ਇਸ ਦੇਹੀ ਨੂੰ ਸੁੱਖ ਪ੍ਰਾਪਤ ਹੋਵੇਗਾ। ਯਾਨੀ ਕਿ ਇਸ ਦੇਹ 'ਚ ਰਹਿਣ ਵਾਲਾ ਜਿਹੜਾ ਮਨ ਹੈ ਉਹ ਦੇਹੀ ਹੈ, ਉਹਨੂੰ ਸੁੱਖ ਪ੍ਰਾਪਤ ਹੋਵੇਗਾ। ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੇਂ ਰੁੱਤ ਕੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਈ ਰੁੱਤ ਸੁਹਾਵੀ ਹੈ। ਜਿਹੜੀ ਰੁੱਤ 'ਚ ਪਰਮੇਸ਼ਰ ਦਾ ਭਜਨ ਚੇਤੇ ਆਵੇ, ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕਾਹਦੀਆਂ ਰੁੱਤਾਂ, ਕਾਹਦੀਆਂ ਰੁੱਤਾਂ। ਬਿਨ ਨਾਵੇਂ ਰੁੱਤ ਕੇ ਹੀ। ਕੋਈ ਕਹੇ ਜੀ ਬਸੰਤ ਰੁੱਤ ਬੜੀ ਸੋਹਣੀ ਹੁੰਦੀ ਹੈ, ਨਾ ਠੰਡ ਨਾ ਗਰਮੀ। ਕਹਿੰਦੇ ਜੇ ਰੱਬ ਦਾ ਭਜਨ ਹੀ ਨਹੀਂ ਕਰਨਾ ਤੇ ਕਾਹਦੀ ਚੰਗੀ ਰੁੱਤ। ਤੇਰੇ ਲਈ ਤਾਂ ਫਿਰ 6 ਦੀਆਂ 6 ਰੁੱਤਾਂ ਵੀ ਕਿਸੇ ਕੰਮ ਦੀਆਂ ਨਹੀਂ, ਜੇ ਤੂੰ ਪਰਮੇਸ਼ਰ ਦਾ ਭਜਨ ਨਹੀਂ ਕਰਦਾ। ਉਹ ਰੁੱਤ ਸੁਹਾਵੀ ਹੈ। ਭਾਵੇਂ ਸਾਵਣ ਦੇ ਭਾਦਰੋਂ ਵਿੱਚ, ਪਾਵਸ ਰੁੱਤ ਵਿੱਚ ਅਰਾਧ, ਭਾਵੇਂ ਜੇਠ ਹਾੜ ਦੀ ਗਰੀਖਮ ਰੁੱਤ ਵਿੱਚ ਅਰਾਧ, ਤੇ ਭਾਵੇਂ ਬਸੰਤ ਰੁੱਤ ਵਿੱਚ ਅਰਾਧ, ਤੇ ਭਾਵੇਂ ਸਿਸਰ, ਤੇ ਭਾਵੇਂ ਪਤਝੜ ਦੀ ਰੁੱਤ ਦੇ ਵਿੱਚ, ਤੇ ਭਾਵੇਂ ਸਰਦ ਰੁੱਤ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰ। ਜਿਹੜੀ ਰੁੱਤ ਵਿੱਚ ਵੀ ਆਰਾਧੇਗਾ ਤੇਰੇ ਲਈ ਉਹ ਰੁੱਤ ਸੁਹਾਵਣੀ। ਤੇ ਜੇ ਉਹਦਾ ਭਜਨ ਨਹੀਂ ਕਰਨਾ ਤੇ ਕਾਹਦੀ ਰੁੱਤ। ਫਿਰ ਕਾਹਦੀਆਂ ਰੁੱਤਾਂ? ਕਹਿੰਦੇ ਬਿਨ ਨਾਵੇਂ ਰੁੱਤ ਕੇ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਾਹਦੀ ਰੁੱਤ। ਹਾਂਜੀ। ਚੌਪਈ ਲੋਕਨ ਸਰਬ ਸ਼ਬਦ ਸੁਨ ਕਰਕੇ। ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਸ਼ਬਦ ਗਾਵਿਆ, ਜਿੰਨੇ ਉੱਥੇ ਲੋਕ ਬੈਠੇ ਸਭ ਨੇ ਸੁਣਿਆ। ਪਾਤਸ਼ਾਹ ਦੇ ਸ਼ਬਦ ਵਿੱਚ ਇਹੋ ਜੀ ਕਲਾ, ਗੁਰਦੇਵ ਜਦੋਂ ਗਾਇਨ ਕਰਦੇ, ਉਚਾਰਨ ਕਰਦੇ, ਸਭ ਦਿਆਂ ਤਪਦਿਆਂ ਬਲਦਿਆਂ ਹਿਰਦਿਆਂ ਤੇ ਪਾਤਸ਼ਾਹ ਦੇ ਸ਼ਬਦ ਦੇ ਅੰਮ੍ਰਿਤ ਜਲ ਦੀ ਕਲਾ ਵਰਤ ਜਾਂਦੀ। ਜਿੰਨਿਆਂ ਨੇ ਵੀ ਸੁਣਿਆ ਉੱਥੇ, ਜਿੰਨੇ ਵੀ ਬੈਠੇ ਸਨ, ਸਿੱਖ ਪਏ ਸਤ ਗੁਰੂ ਵਿਚਰ ਕੇ। ਜਿੰਨਿਆਂ ਨੇ ਸੁਣਿਆ ਸਭ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਗਏ। ਸਤਿਗੁਰਾਂ ਨੂੰ ਆਪਣਾ ਗੁਰੂ ਰੂਪ ਜਾਣ ਕੇ ਸਭ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸਿੱਖੀ ਧਾਰਨ ਕਰ ਲਈ। ਇਹ ਗੁਰੂ ਕੀ ਬਾਣੀ ਦੀ ਪਾਰਸ ਕਲਾ ਹੈ।
ਖਾਲਸਾ ਜੀ ਨੌਵੇਂ ਪਾਤਸ਼ਾਹ ਜਿਹੜੇ ਰੂਟ ਤੇ ਗਏ ਨੇ ਨਾ ਇੱਧਰ ਪੂਰਬ ਨੂੰ, ਮਾਲਦਾ ਨੂੰ, ਕਲਕੱਤੇ ਨੂੰ, ਪੁਰੀ ਤੱਕ, ਇਹ ਉਹੀ ਰਸਤਾ ਸੀ ਜਿਹੜੇ ਰਸਤੇ ਗੁਰੂ ਨਾਨਕ ਸਾਹਿਬ ਨੇ ਉਦਾਸੀ ਕੀਤੀ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਇਲਾਕੇ 'ਚ ਉਦਾਸੀਆਂ ਕੀਤੀਆਂ ਤੇ ਬਹੁਤਿਆਂ ਨੂੰ ਪਾਤਸ਼ਾਹ ਆਪਣਾ ਸੇਵਕ ਸਿੱਖ ਬਣਾ ਕੇ ਇੱਥੋਂ ਚਲੇ ਗਏ। ਮੁੜ ਕੇ ਗੁਰੂ ਸਾਹਿਬ ਦੇ ਨਾਲ ਨੌਵੇਂ ਪਾਤਸ਼ਾਹ ਤੱਕ ਬਾਕੀ ਗੁਰੂ ਸਾਹਿਬਾਨਾਂ ਨਾਲ ਉਹਨਾਂ ਦਾ ਮੇਲ ਨਹੀਂ ਹੋ ਸਕਿਆ। ਜਦੋਂ ਨੌਵੇਂ ਪਾਤਸ਼ਾਹ ਗਏ ਨਾ ਉਹਨਾਂ ਨਗਰਾਂ ਵਿੱਚ, ਕਦੇ ਮਾਲਦਾ ਜਾਂਦੇ, ਕਦੇ ਕਲਕੱਤੇ ਜਾਂਦੇ, ਤਾਂ ਉਹ ਕਹਿੰਦੇ ਮਹਾਰਾਜ ਦੁਬਾਰਾ ਆਉਣ ਤੇ ਤੁਸੀਂ 200 ਸਾਲ ਲਾ ਦਿੱਤੇ ਨੇ, ਇੰਨੀ ਉਡੀਕ ਕਰਾਈ ਜੇ। ਪਹਿਲੇ ਜਾਮੇ 'ਚ ਆਏ ਸੀ, ਮੁੜ ਕੇ ਅੱਜ ਦਰਸ਼ਨ ਦਿੱਤੇ ਐ। ਤੁਸੀਂ ਕਦੇ ਇਹ ਸੋਚੋ, ਚਿੰਤਨ ਕਰੋ ਕਿ 200 ਸਾਲ ਤੱਕ ਉਹ ਜਿਹੜੇ ਲੋਕ ਸਨ ਉਹ ਕਿਵੇਂ ਜੁੜੇ ਰਹੇ ਗੁਰੂ ਨਾਨਕ ਸਾਹਿਬ ਨਾਲ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਕੀ ਦੇ ਗਏ ਸੀ? ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਪਣੀ ਬਾਣੀ ਦੇ ਗਏ ਸੀ ਕਿ ਉਹਨਾਂ ਦੀਆਂ ਅੱਗੇ 2-3 ਪੀੜ੍ਹੀਆਂ ਲੰਘ ਗਈਆਂ ਨੇ ਉਸ ਬਾਣੀ ਦੇ ਨਾਲ ਜੁੜਿਆਂ, ਤੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਦੁਬਾਰਾ ਨਮਸਕਾਰਾਂ ਕਰ ਰਹੇ ਨੇ। ਇਹ ਗੁਰਬਾਣੀ ਦੀ ਕਲਾ ਹੈ, ਪਾਰਸ ਕਲਾ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਨਾ ਗੁਰੂ ਰਾਮਦਾਸ ਸਾਹਿਬ, ਰਾਮ ਪਾਰਸ ਚੰਦਨ ਹਮ ਕਾਸਟ ਲੋਸਟ, ਹਰ ਸੰਗ ਹਰੀ ਸਤ ਸੰਗ ਭਏ, ਹਰ ਕੰਚਨ ਚੰਦਨ ਕੀਨੇ। ਮਹਾਰਾਜ ਜੀ ਤੁਸੀਂ ਪਾਰਸ ਹੋ, ਮਹਾਰਾਜ ਜੀ ਤੁਸੀਂ ਚੰਦਨ ਹੋ, ਅਸੀਂ ਲੱਕੜ ਵਾਂਗੂ ਆ, ਅਸੀਂ ਲੋਹੇ ਵਾਂਗੂ ਆ। ਤੁਹਾਡੀ ਸੰਗਤ ਕਰਕੇ, ਜਿਵੇਂ ਚੰਦਨ ਦੀ ਸੰਗਤ ਕਰਕੇ ਲੱਕੜ ਚੰਦਨ ਹੋ ਜਾਂਦੀ ਹੈ, ਪਾਰਸ ਦੀ ਸੰਗਤ ਕਰਕੇ ਲੋਹਾ ਸੋਨਾ ਹੋ ਜਾਂਦਾ, ਮਹਾਰਾਜ ਤੁਹਾਡੀ ਸੰਗਤ ਕਰਕੇ ਅਸੀਂ ਵੀ ਕੰਚਨ ਹੋ ਜਾਣਾ, ਚੰਦਨ ਹੋ ਜਾਣਾ। ਗੁਰਬਾਣੀ ਪਾਰਸ ਹੈ, ਇਹ ਪਾਰਸ ਕਲਾ ਵਰਤਦੀ। ਵੇਖੋ ਮਹਾਰਾਜ ਜੀ ਦੇ ਸ਼ਬਦ ਦਾ ਐਸਾ ਪ੍ਰਭਾਵ ਪਿਆ ਉਹਨਾਂ ਤੇ, ਕਿਉਂਕਿ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਹਨ ਤੇ ਸੁਣਨ ਵਾਲੇ ਸਰੋਤੇ ਸ਼ਰਧਾਵਾਨ ਹਨ। ਸੁਣਦਿਆਂ ਸਾਰ ਐਸਾ ਅਸਰ, ਸਭ ਗੁਰੂ ਕੇ ਸਿੱਖ ਹੋ ਗਏ। ਸਭ ਨੇ ਸਤਿਗੁਰਾਂ ਨੂੰ ਗੁਰੂ ਰੂਪ ਜਾਣ ਕੇ ਸਜਦਾ ਕੀਤਾ, ਨਮਸਕਾਰ ਕੀਤੀ। ਵਾਹਿਗੁਰੂ ਕੋ ਸਿਮਰਨ ਕਰਹੀਂ, ਵਾਹਿਗੁਰੂ 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 ਵਾਹਿਗੁਰੂ। ਇਹ ਸਿਮਰਨ ਕਰਨ ਲੱਗੇ ਸਾਰੇ। ਸਭ ਦੀ ਰਸਨਾ ਤੇ ਇੱਕੋ ਸ਼ਬਦ ਸੀ, ਵਾਹਿਗੁਰੂ ਵਾਹਿਗੁਰੂ। ਇਹ ਵਾਹਿਗੁਰੂ ਦਾ ਜਾਪ ਜਪਣ ਲੱਗੇ। ਹਿਰਦੈ ਵਿਕਾਰਨ ਕੋ ਪਰ ਹਰਹੀਂ, ਵਾਹਿਗੁਰੂ ਦਾ ਜਾਪ ਜਪਦਿਆਂ ਜਪਦਿਆਂ ਆਪਣੇ ਹਿਰਦੇ ਦੇ ਵਿਕਾਰਾਂ ਨੂੰ ਪਰ ਹਰਦੇ ਨੇ, ਵਿਕਾਰਾਂ ਨੂੰ ਤਿਆਗਦੇ ਹਨ, ਕਿਉਂਕਿ ਇੱਕੋ ਦਿਨ ਵਿਕਾਰ ਨਹੀਂ ਜਾਂਦੇ। ਨਾਮ ਦੀ ਸਾਧਨਾ ਕਰਨ ਵਾਲੇ ਸਾਧਕ ਕਹਿੰਦੇ ਐ ਕਿ ਸਭ ਤੋਂ ਪਹਿਲਾ ਜਿਹੜਾ ਵਿਕਾਰ ਆ ਕੇ ਤੰਗ ਕਰਦਾ ਨਾਮ ਦੀ ਕਮਾਈ ਕਰਦਿਆਂ, ਉਹ ਕਾਮ ਹੈ। ਔਰ ਨਾਮ ਦੀ ਸਾਧਨਾ ਕਰਨ ਵਾਲੇ ਇਹ ਵੀ ਕਹਿੰਦੇ ਐ, ਸਭ ਤੋਂ ਪਹਿਲਾਂ ਨਾਮ ਦੀ ਕਮਾਈ ਕਰਦਿਆਂ ਜੇ ਕੋਈ ਵਿਕਾਰ ਆਉਂਦਾ, ਪਹਿਲਾ ਵਿਕਾਰ ਸਤਾਉਂਦਾ ਤੇ ਉਹ ਕਾਮ ਹੈ, ਤੇ ਸਭ ਤੋਂ ਪਹਿਲਾਂ ਅਗਰ ਕੋਈ ਵਿਕਾਰ ਜਾਂਦਾ ਹੈ ਤਾਂ ਉਹ ਵੀ ਕਾਮ ਹੈ। ਫਿਰ ਬਾਕੀ ਵਿਕਾਰ ਵੀ ਸੰਜਮ 'ਚ ਆ ਜਾਂਦੇ। ਤੋ ਨਾਮ ਜਪਦਿਆਂ ਜਪਦਿਆਂ, ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਗੁਰਮੁਖ ਵਿਕਾਰਾਂ ਨੂੰ ਤਿਆਗਦੇ ਹਨ। ਦੋਹਰਾ ਗਮਨ ਕੀਨ ਤੈ ਤੇ ਪ੍ਰਭੂ, ਜਾਣਿਆ ਅਸਥਾਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਨਾ ਨਗਰ ਨਿਵਾਸੀਆਂ ਦਾ ਉਧਾਰ ਕੀਤਾ ਤੇ ਇੱਥੋਂ ਪਾਤਸ਼ਾਹ ਹੋਰ ਜੀਵਾਂ ਦੇ ਤਾਰਨੇ ਵਾਸਤੇ ਚੱਲ ਪਏ। ਗੰਜਨ ਦੰਭ ਪੰਜਨ ਕਸ਼ਟ, ਮਹਾਰਾਜ ਜੀ ਪਖੰਡ ਦਾ ਗੰਜਨ ਨਾਸ਼ ਕਰਨ ਵਾਲੇ ਹਨ ਔਰ ਆਪਣੇ ਸੇਵਕਾਂ ਦੇ ਕਸ਼ਟ ਭੰਨਣ ਵਾਲੇ ਹਨ। ਰੰਜਨ ਜਨ ਕੇ ਪ੍ਰਾਨ, ਔਰ ਆਪਣੇ ਜਨਾਂ ਨੂੰ ਰੰਜਨ ਖੇੜਾ ਦੇਣ ਵਾਲੇ ਹਨ। ਆਪਣੇ ਜਨਾਂ ਨੂੰ ਪ੍ਰਸੰਨ ਕਰਨ ਵਾਲੇ, ਦਾਸਾਂ ਦੇ ਉੱਤੇ ਬਖਸ਼ਿਸ਼ਾਂ ਕਰਨ ਵਾਲੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਲ ਕੇ ਇੱਕ ਨਗਰ 'ਚ ਆਏ ਨੇ, ਜਿਸ ਨਗਰ ਦਾ ਨਾਮ ਹੈ ਸਤਘਰਾ, ਜ਼ਿਲ੍ਹਾ ਮਿੰਟ ਗੁੰਮਰੀ, ਪਾਕਿਸਤਾਨ ਦੇ ਵਿੱਚ। ਉੱਥੇ ਨਗਰ ਹੈ ਸਤਘਰਾ। ਪਾਤਸ਼ਾਹ ਨੇ ਇੱਥੇ ਚਰਨ ਪਾਏ ਨੇ। ਇੱਥੇ ਜਿਵੇਂ ਜੀਵਾਂ ਦਾ ਉਧਾਰ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਜਸ ਕਥਨ ਕਰਦਿਆਂ
ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੀਕ ਹੇ ਅਪਰੰਪਰ ਹਰ ਹਰੇ ਹੈ ਪੀਓਣ ਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਗੁਰਦੁਆਰਾ ਨਥਾਣਾ ਸਾਹਿਬ ਜੋ ਘਨੌਰ ਤੋਂ ਕੁਝ ਦੂਰੀ ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ, ਜਿੱਥੇ ਮਹਾਰਾਜ ਜੀ ਨੇ ਉੱਥੋਂ ਦੀ ਸਥਾਨਕ ਰੀਤੀ ਦੀ ਮਰਿਆਦਾ ਦੇ ਅਨੁਸਾਰ ਲੋਕ ਰੀਤੀ ਮੁਤਾਬਕ ਮਹਾਰਾਜ ਜੀ 22 ਵਾਰ ਉੱਥੇ ਚਰਨ ਪਾਏ ਨੇ ਗੁਰੂ ਅਮਰਦਾਸ ਸਾਹਿਬ ਨੇ। ਉਸ ਸਥਾਨ ਤੇ ਅੱਜ ਰਾਤ ਨੂੰ 7 ਤੋਂ 11 ਵਜੇ ਤੱਕ ਗੁਰਮਤਿ ਸਮਾਗਮ ਹੋ ਰਹੇ ਨੇ। ਜਿਹੜੇ ਹਾਜ਼ਰੀਆਂ ਭਰ ਸਕਦੇ ਆ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ। श्री वाहेगुरु साहिब जियो। वाहेगुरु दंडौत वंदन अनकबार सर्व कला समर्थ सर्व कला समर्थ डोलन तेरा खो प्रभु डोलन तेरा खो प्रभु नानक दे कर हथ नानक दे कर हथ जियड़ा अगन बराबर तप पीतर वग काती प्रणवत नानक हुकम पछाण सुख होवे दिन राती सुख होवे दिन राती आनंद आनंद गुणी निधान निमाणयो के मान गुरु निताणयो के दान गुरु ने ओटयो की ओट गुरु ने आजरयो के आसरा सर्व कला भरपूर गुरु गरीब निवाज गरीब निवाज गरीब निवाज। जप मन सत नाम सदा सत नाम जप मन सत नाम सदा सत नाम जप मन सत नाम सदा सत नाम। जप मन सत नाम सदा सत नाम जप मन सत नाम सदा सत नाम।